तो साध संगत जी की जाप साहब गुरबाणी नहीं है, की सवैये की चौपई, ये आदि गुरु ग्रंथ साहब तो भाई है नहीं, ये तो बाहर ने। इन्हां द्वारा ਅੰਮ੍ਰਿਤ ਛਕ ਕੇ ਆਪਾਂ ਗੁਰੂ ਵਾਲੇ ਬਣਦੇ ਹਾਂ। ਹੁਣ ਤੁਸੀਂ ਦੇਖ ਲਓ ਵੀ ਕੀ ਜਾਪ ਸਾਹਿਬ ਗੁਰੂ ਹੈ ਕਿ ਨਹੀਂ। ਆਪਾਂ ਹੀ ਨਿਆਂ ਕਰ ਲਈਏ, ਸੰਗਤ ਨਖੇਰਦੀ ਆ, ਹੋਰ ਕੌਣ ਨਖੇਰੇਗਾ ਸੱਚ ਨਹੀਂ ਕਿਸੇ ਵੀ ਬਾਤ ਨੂੰ। ਇਸ ਕਰਕੇ ਅੱਜ ਤੋਂ ਪਹਿਲਾਂ ਸਾਰਿਆਂ ਤਖਤਾਂ ਤੇ ਦਸਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪ੍ਰਕਾਸ਼ ਹੁੰਦੀ ਰਹੀ। ਜਦੋਂ ਦੇ ਸਤ ਸੰਗਤ ਜੀ ਆਪਣੇ ਅਸੀਂ ਸੁਧਾਰ ਵਿੱਚ ਆਏ ਹਾਂ ਨਾ, ਖਾਲਸੇ ਨੇ ਸੁਧਾਰ ਕੀਤਾ। ਸੁਧਾਰ ਕਾਹਦਾ ਕਰਨਾ ਸੀ? ਕਹਿੰਦੇ ਗੰਜੀ ਜਾਂ ਤਾਂ ਨਹਾਉਂਦੀ ਨਹੀਂ, ਜੇ ਨਹਾਉਂਦੀ ਆ ਤਾਂ ਸਿਰੋਂ ਚੇੜ ਲੈਂਦੀ ਹੈ। ਸਿਰ ਚੇੜਨਾ ਵੀ ਨੁਕਸਾਨ ਹੈ, ਜੇ ਨਾ ਨਹਾਵੇ ਫਿਰ ਵੀ ਨੁਕਸਾਨ ਹੈ, ਜੂਆਂ ਪੈ ਜਾਣੀਆਂ ਨੇ। ਉੱਥੇ ਤੱਕ ਨਾ ਅਸੀਂ ਪਹੁੰਚੀਏ ਜਿੱਥੇ ਗੁਰਬਾਣੀ ਦੀ ਬੇਅਦਬੀ ਹੋ ਜਾਵੇ। ਹਮੇਸ਼ਾ ਵਾਸਤੇ ਤਖਤਾਂ ਦੇ ਉੱਤੇ ਸਰੂਪ ਬਰਾਬਰ ਪ੍ਰਕਾਸ਼ ਹੁੰਦੇ ਆਏ, ਲੇਕਿਨ ਅੱਜ ਸਤ ਸੰਗਤ ਜੀ ਪਟਨੇ ਸਾਹਿਬ ਤੇ ਹਜੂਰ ਸਾਹਿਬ ਸਤ ਸੰਗਤ ਜੀ ਪ੍ਰਕਾਸ਼ ਹੁੰਦੇ ਰਹਿ ਗਏ। ਸਾਰੇ ਥਾਵਾਂ ਤੋਂ ਚੱਕ ਦਿੱਤੇ ਅਸੀਂ ਆਪਣੇ ਨਵੇਂ ਖੋਜੀਆਂ ਨੇ। ਅੱਜ ਅਸੀਂ ਨਵੇਂ ਖੋਜੀ ਹੋ ਕਰਕੇ ਐਸੀਆਂ ਰਹੁ ਰੀਤੀਆਂ ਤੋਰੀਆਂ, ਉਹ ਦਿਨ ਦੂਰ ਨਹੀਂ, ਹੋਰ 10 ਸਾਲ ਨੂੰ ਇਹ ਸਾਡੇ ਖੋਜੀਆਂ ਨੂੰ ਰੱਦੀ ਦੀ ਟੋਕਰੀ ਸੁੱਟਣ ਵਾਲੇ ਹੋਰ ਜੰਮਣਗੇ। ਉਹ ਕਹਿਣਗੇ ਨਹੀਂ, ਇਹ ਕਿਤੇ 10ਵੇਂ ਪਾਤਸ਼ਾਹ ਦੇ ਟਾਈਮਾਂ ਵਾਲਿਆਂ ਦੀਆਂ ਖੋਜ ਕੀਤੀਆਂ, ਇਹ ਸਾਤੋਂ ਬਾਅਦ ਮਗਰੋਂ ਇਹੋ ਜਿਹੀ ਸੀ ਜੀ, ਇਹਨਾਂ ਦੇ ਵੀ ਨਿਕੰਨ ਦਿਮਾਗ ਨੇ ਕੰਮ ਕੀਤਾ। ਹੋ ਜੂ ਤਬਦੀਲੀ। ਜੇ ਸਤ ਸੰਗਤ ਜੀ ਗੁਰਬਾਣੀ ਦੀਆਂ ਤਬਦੀਲੀਆਂ ਹੋਣ ਲੱਗ ਗਈਆਂ, ਸਾਡੇ ਕੋਲੇ ਆਸਰਾ ਕਿਹਦਾ ਰਹਿ ਗਿਆ? ਇਸ ਕਰਕੇ ਗੁਰਸਿੱਖੋ, ਗੁਰਬਾਣੀ ਗੁਰਬਾਣੀ ਹੋਈ ਹੈ। ਪੂਰੇ ਕਾ ਕੀਆ ਸਭ ਕੁਝ ਪੂਰਾ, ਘੱਟ ਵੱਧ ਕੁਛ ਨਾਹੀ। ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਹੇ ਸਮਾਹੀ। ਪਹਿਲਾਂ ਤਾਂ ਗੁਰੂ ਦੀ ਗਤੀ ਨੂੰ ਕੋਈ ਜਾਣ ਨਹੀਂ ਸਕਦਾ ਹੈ। ਆ ਸੰਸਾਰੀ ਰੀਤੀ ਅਨੁਸਾਰ ਦੇਖ ਲਓ, ਤੁਸੀਂ ਦੁਕਾਨ ਦੇ ਸਾਰੀ ਦੇ ਭੇਤੀ ਨਹੀਂ ਹੋ ਸਕਦੇ ਜੋ ਪੰਸਾਰੀ ਦੀ ਹੈ। ਲੇਕਿਨ ਤੁਸੀਂ ਉੱਥੇ ਗਏ ਬਿਨਾਂ ਤੁਹਾਡਾ ਸਰਨਾਮ ਨਹੀਂ। ਜੜੀਆਂ ਬੂਟੀਆਂ ਤੁਹਾਡੇ ਰੋਗ ਦੀ ਨਿਵਰਤੀ ਕਰਨ ਵਾਲੀਆਂ ਉੱਥੇ ਪਈਆਂ, ਉਹ ਮਿਲ ਜਾਣਗੀਆਂ ਉੱਥੋਂ, ਲੇਕਿਨ ਤੁਸੀਂ ਸਾਰੀਆਂ ਦੇ ਭੇਤੀ ਨਹੀਂ ਹੋ ਸਕਦੇ। ਇਸੇ ਤਰ੍ਹਾਂ ਜੇ ਅਸੀਂ ਗੁਰਬਾਣੀ ਦੇ ਸਤਸੰਗੀ ਭੇਤ ਨੂੰ ਲੈਣਾ ਚਾਹੀਏ, ਪੂਰਾ ਨਹੀਂ। ਮਾਨਸ ਦੇਹੀ ਮਿਲੀ ਹੈ, ਗੁਰਬਾਣੀ ਦੇ ਆਸਰੇ ਸਤਸੰਗ ਜੀ ਭਾਉ ਭਗਤੀ 'ਚ ਆਪਾਂ ਜੁੜਨਾ ਹੈ, ਜਿਸ ਕਰਕੇ ਆਪਣੇ ਸਵਾਸ ਆਪਣੀ ਜ਼ਿੰਦਗੀ ਸਫਲੀ ਹੋ ਜਾਵੇ। ਸਾਡਾ ਇਹ ਪ੍ਰਯੋਜਨ ਨਹੀਂ 4 ਅੱਖਰ ਪੜ੍ਹੇ, ਕੋਈ ਕਮਾਈ ਨਹੀਂ, ਕੋਈ ਸਿਮਰਨ ਭਜਨ ਨਹੀਂ, ਕੋਈ ਰਹਿਤ ਬਹਿਤ ਨਹੀਂ। ਮੈਂ ਆ ਖੋਜ ਕਰਕੇ ਲਿਆਇਆ ਜੀ। ਉਹ ਖੋਜੀਆਂ ਦੀਆਂ ਕਿਤਾਬਾਂ ਤੁਸੀਂ ਲਾਇਬ੍ਰੇਰੀਆਂ ਭਰੀ ਬੈਠੇ ਹੋ। ਫਿਰ ਜਦੋਂ ਪੜ੍ਹਦੇ ਹੋ, ਕਹਿੰਦੇ ਜੀ ਫਲਾਣੇ ਡਾਕਟਰ ਦੀ ਪੜ੍ਹੀ ਸੀ, ਉਹਦੇ 'ਚ ਐਂ ਲਿਖਿਆ ਹੋਇਆ ਸੀ। ਫਲਾਣੇ PhD ਡਿਗਰੀ ਵਾਲੇ ਦੀ ਪੜ੍ਹੀ ਐਂ ਲਿਖਿਆ ਹੋਇਆ ਸੀ। ਹੁਣ ਜੀ ਅਸੀਂ ਕੀ ਕਰੀਏ? ਹੁਣ ਤੁਸੀਂ ਜਾਓ ਅਕਾਲ ਤਖਤ ਤੇ, ਫਿਰ ਤੁਹਾਡਾ ਆਸਰਾ ਉੱਥੇ ਹੀ ਆ ਨਾ। ਉੱਥੇ ਉਹ ਬੰਦੇ ਬੈਠੇ ਨੇ, ਉਹ ਵਿਚਾਰੇ ਤੁਹਾਡੇ ਨਾਲੋਂ ਵੀ ਸਤਸੰਗ ਦੀ ਸੁੱਖ ਸਾਂਦੀ ਹੈ। ਜੇ ਨਿਰਣਾ ਨਾ ਹੋ ਸਕਿਆ, ਗੁਰੂ ਨਾਨਕ ਦੇਵ ਜੀ ਦਾ ਹੋਵੇ ਪੰਥ, ਜਿਹਦੇ 'ਚ ਬਿਲਕੁਲ ਹੀ ਸੁੱਧ ਸੋਨੇ ਵਰਗਾ ਸਰੂਪ ਹੋਵੇ, ਕੋਈ ਵੀ ਸ਼ੰਕਾ ਕਰਨ ਨੂੰ ਥਾਂ ਨਾ ਹੋਵੇ, ਫਿਰ ਸਤਸੰਗ ਜੀ ਸਾਡੇ ਨਿਰਣੇ ਨਾ ਹੋਣ ਤਾਂ ਅਸੀਂ ਤਾਂ ਫਿਰ ਉਦੋਂ ਵੀ ਗਿਰ ਗਏ। ਇਸ ਕਰਕੇ ਗੁਰਸਿੱਖੋ, ਸਾਰੀ ਗੁਰਬਾਣੀ ਤੇ ਸੰਪੂਰਨ ਨੇਚਾ ਰੱਖਣਾ ਚਾਹੀਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੇ ਕਹੀਏ, ਬੜੀ ਦੁਨੀਆ ਸ਼ੰਕਾ ਤਾਂ ਥਾਂ ਥਾਂ ਤੇ ਕਰੀ ਜਾਵੇ ਕਿ ਉਹ ਬਾਣੀ ਇਸ ਗੁਰੂ ਗ੍ਰੰਥ ਸਾਹਿਬ 'ਚ ਕਿਉਂ ਨਾ ਚਾੜੀ। ਆਪ ਤੋਂ ਇੰਨੇ ਨਿਮਰਤਾ ਦੇ ਮਾਲਕ ਹਨ, ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰੈ। ਇੱਥੇ ਤੱਕ ਮਾਰੇ ਨਿਮਰਤਾ ਧਾਰਨ ਕੀਤੀ। ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੋ ਗਰੀਬ ਕਰੋ ਰੰਗ ਪਰੇ। ਆ ਖਾਲਸੇ ਦੀ ਕਿਰਪਾ ਕਰਕੇ ਮੈਂ ਸੁਭਾਏਮਾਨ ਤਖਤ ਤੇ ਹੋ ਰਿਹਾ ਖਾਲਸਾ ਜੀ, ਨਹੀਂ ਮੇਰੇ ਵਰਗੇ ਤਾਂ ਗਰੀਬ ਕਰੋੜਾਂ ਹੀ ਤੁਰੇ ਫਿਰਦੇ ਨੇ। ਇੰਨੀ ਨਿਮਰਤਾ ਸਤ ਸੰਗਤ ਜੀ ਮਹਾਰਾਜ ਦੇ ਹਿਰਦੇ 'ਚ। ਇਹ ਜੇ ਬਾਣੀ ਸਾਡੇ ਸਤਸੰਗ ਸਾਹਮਣੇ ਨਹੀਂ ਆਵੇਗੀ ਦ੍ਰਿਸ਼ਟੀ ਗੋਚਰ, ਅਸੀਂ ਨਹੀਂ ਪੜਾਂਗੇ, ਕੀ ਪਤਾ ਲੱਗੇਗਾ ਮਹਾਰਾਜ ਦੇ ਹਿਰਦੇ 'ਚ ਇੰਨੀ ਨਿਮਰਤਾ। ਸਾਡੇ 'ਚ ਸੁਪਨੇ ਵਿੱਚ ਵੀ ਇੰਨੀ ਨਿਮਰਤਾ ਨਹੀਂ ਕਦੇ ਆਈ। ਜੇ ਉਨੀ ਆ ਜਾਵੇ ਸਤਸੰਗ, ਜਦ ਹੀ ਪਾਰ ਉਤਾਰਾ ਹੈ ਸਾਡਾ।
ਆ ਗੁਰਬਾਣੀ ਜਦ ਹੀ ਵਸ ਜਾਵੇ। ਸੋ ਆਪ ਜੀ ਨੇ ਸਤਿਕਾਰ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਇਸ ਕਰਕੇ ਆਪਣੀ ਬਾਣੀ ਸਤਸੰਗ ਜੀ ਵੱਖਰੀ ਰੱਖੀ ਹੈ। ਇਹ ਨਹੀਂ ਵੀ ਖਾਲਸਾ ਨਾ ਪੜ੍ਹੇ, ਮਹਾਰਾਜ ਨੇ ਵੀਰ ਰਸੀ ਖਾਲਸਾ ਰਚਿਆ, ਇਸੇ ਕਰਕੇ ਚੰਡੀ ਦੀ ਵਾਰ ਵਗੈਰਾ। ਅਸੀਂ ਚੰਡੀ ਦੇ ਉਪਾਸ਼ਕ ਨਹੀਂ ਹਾਂ, ਅਸੀਂ ਦੈਂਤਾਂ ਦੇਵਤਿਆਂ ਦੇ ਉਪਾਸ਼ਕ ਨਹੀਂ ਹਾਂ, ਲੇਕਿਨ ਸਤ ਸੰਗਤ ਜੀ ਵੱਡੀਆਂ ਯੋਧਿਆਂ ਦੀਆਂ 12 ਛੇਵੇਂ ਪਾਤਸ਼ਾਹ ਨੇ ਅਬਦੁੱਲਾ ਤੇ ਨੱਥਾ ਢਾਡੀ ਰੱਖ ਕੇ ਗਵਾਈਆਂ ਨਹੀਂ ਅਕਾਲ ਤਖਤ ਤੇ। ਜਿੰਨੇ ਉਦੋਂ ਰਜਵਾੜੇ ਕੋਈ ਜੱਗ ਕਰਦੇ ਕਿਸੇ ਧਰਮ ਦਾ, ਉਹਨਾਂ ਦੀਆਂ 12 ਗਾਇਆ ਜਾਂਦੀਆਂ, ਆ ਕੇ ਗਾਉਂਦੇ। ਮਹਾਰਾਜ ਨੇ ਕਹਿਣਾ ਅੱਛਾ ਭਾਈ ਇਸ ਧੁਨੀ ਤੇ ਗੁਰੂ ਗ੍ਰੰਥ ਸਾਹਿਬ ਜਿਹੜੀ ਫਲਾਣੀ ਵਾਰ ਹੈ, ਟੁੰਡੇ ਅਸਰਾਜੇ ਕੀ ਧੁਨੀ, ਸਿਕੰਦਰ ਬ੍ਰਾਹਮ ਕੀ ਧੁਨੀ, ਮੂਸੇ ਕੀ ਵਾਰ ਕੀ ਧੁਨੀ, ਇਹਨਾਂ ਧੁਨੀਆਂ ਤੇ ਸਾਡੀ ਇਹ ਬਾਣੀ ਨੂੰ ਭਾਈ ਗਾਇਓ। ਸੋ ਸਾਧ ਸੰਗਤ ਜੀ ਇਹ ਤਾਂ ਹੈ ਗੁਰਮੁਖਤਾਈ ਦੇ ਨਾਲ ਇਕੱਠੇ ਬੈਠ ਕਰਕੇ ਨਿਰਣੇ। ਢੁੱਡ ਮਾਰੀ ਜਾਣੀ ਇੱਕ ਦੂਜੇ ਨੂੰ। ਸਾਧ ਸੰਗਤ ਜੀ ਕਹਿੰਦਾ ਮੈਂ ਹੀ ਸਭ ਤੋਂ ਸਿਆਣਾ ਹੈ, ਉੱਥੇ ਗੁਰਸਿੱਖੋ ਲੱਭਣ ਨੂੰ ਕੁਛ ਨਹੀਂ ਹੈ। ਆਓ ਆਪਾਂ ਇਹ ਕਥਾ ਵਿਚਾਰੀਏ। ਅੰਮ੍ਰਿਤਮਈ ਬਾਣੀ ਦਸਵੀਂ ਦੀ ਸਾਧ ਸੰਗਤ ਜੀ ਉਸ ਦੀ ਹੋ ਰਹੀ ਸੀ, ਕੀਰਤਨ ਹੋ ਰਿਹਾ ਸੀ, ਇਸ ਕਰਕੇ ਸਾਧ ਸੰਗਤ ਜੀ ਇਸ ਵਿਚਾਰ ਨੂੰ ਆਪਾਂ ਰਲ ਮਿਲ ਕੇ ਸਾਂਝੇ ਕੀਤਾ ਹੈ। ਸੋ ਆਪ ਦਸਵੇਂ ਪਾਤਸ਼ਾਹ ਹਜ਼ੂਰ ਸਾਹਿਬ ਸੱਚਖੰਡ ਸੱਚੇ ਪਾਤਸ਼ਾਹ ਜਾ ਚੁੱਕੇ ਹਨ। ਜਿਸ ਪ੍ਰਕਾਰ ਇਧਰ ਬੰਦੇ ਬਹਾਦਰ ਨੇ ਸਾਧ ਸੰਗਤ ਜੀ ਥਾਂ ਥਾਂ ਤੇ ਧਾਕਾਂ ਪਾ ਦਿੱਤੀਆਂ, ਪਰ ਮਹਾਰਾਜ ਦੇ ਬਚਨਾਂ ਨੂੰ ਤੇ ਪੂਰਾ ਨਹੀਂ ਉਤਰਿਆ। ਇਧਰ ਹਾਰ ਖਾਣ ਲੱਗ ਗਿਆ ਹੈ, ਕੁਛ ਬੰਦੇ ਦਾ ਹਾਰ ਆਵੇਗਾ। ਇਧਰ ਸਾਧ ਸੰਗਤ ਜੀ ਮਾਤਾਵਾਂ ਨੂੰ ਜਿਵੇਂ ਪਤਾ ਲੱਗਣਾ ਹੈ ਸਾਧ ਸੰਗਤ ਜੀ ਕਿ ਦਸਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ ਨੇ, ਉਹਨਾਂ ਨੇ ਵੀ ਵਿਰਾਗ ਕਰਨਾ ਹੈ। ਨਾਲ ਹੀ ਜੋਤੀ ਜੋਤ ਸਮਾਉਣ ਤੋਂ ਬਾਅਦ ਜਿਸ ਪ੍ਰਕਾਰ ਆਪ ਜੀ ਨੇ ਪੂਨੇ ਸਤਾਰੇ ਦੇ ਕਿਲੇ ਵਿੱਚੋਂ ਸਾਧ ਸੰਗਤ ਜੀ ਬਾਲੇ ਰਾਜ ਤੇ ਰੁਸਤਮ ਰਾਏ, ਜਿਨ੍ਹਾਂ ਦਾ ਪਿੰਡ ਜਨਵਾਰਾ ਸੀ, ਜਿੱਥੇ ਮਾਤਾ ਭਾਗੋ ਜੀ ਦਾ ਹੁਣ ਸਥਾਨ ਸੁਸ਼ੋਭਿਤ ਹੋ ਰਿਹਾ ਹੈ, ਕਰਨਾਟਕ ਸੂਬੇ ਦੇ ਅੰਦਰ ਬਿਦਰ ਦੇ ਨੇੜੇ ਸਾਧ ਸੰਗਤ ਜੀ 6 ਮੀਲ ਤੇ ਨਗਰ ਹੈ ਪੁਰਾਤਨ। ਸਿੱਖਾਂ ਦੀ ਆਬਾਦੀ ਵਗੈਰਾ ਨਹੀਂ, ਉੱਥੇ ਮਰਾਠੇ ਆਦਿਕ ਲੋਕ ਹਨ। ਉੱਥੇ ਦੇ ਸਾਧ ਸੰਗਤ ਜੀ ਇਹ ਸੂਰਮੇ ਸਨ। ਇਹ ਮਾਰ ਧਾੜ ਕਰਦੇ, ਅਮੀਰਾਂ ਦੇ ਘਰਾਂ 'ਚ ਜਾ ਕੇ ਗਰੀਬਾਂ ਦੇ ਦਾ ਪਾਲਣ ਕਰਿਆ ਕਰਦੇ, ਪਰਉਪਕਾਰੀ ਸਨ। ਇਹਨਾਂ ਨੂੰ ਸਾਧ ਸੰਗਤ ਜੀ ਸ਼ਿਵਾਜੀ ਮਰਾਠੇ ਵਗੈਰਾ, ਇਹਨਾਂ ਮਰਾਠਿਆਂ ਦਾ ਰਾਜ ਸੀ, ਇਹਨਾਂ ਨੇ ਪਕੜ ਕੇ ਜੇਲ੍ਹ ਵਿੱਚ ਸਾਧ ਸੰਗਤ ਜੀ ਬੰਦ ਕੀਤਾ ਹੋਇਆ ਸੀ, ਉਮਰ ਕੈਦੀ ਸਨ। ਲੇਕਿਨ ਇਹਨਾਂ ਦਾ ਪਹਿਰੇਦਾਰ ਸੀ ਜਿਹੜਾ ਉਹ ਗੁਰੂ ਕਾ ਸਿੰਘ ਸੀ, ਉਹ ਰੋਜ਼ ਰਾਤ ਨੂੰ ਨਾਲੇ ਪਹਿਰਾ ਦੇਣਾ ਨਾਲੇ ਬਾਣੀ ਪੜ੍ਹਨੀ। ਉਹ ਇੱਕ ਦਿਨ ਸਤ ਸੰਗਤ ਜੀ ਪੰਗਤੀ ਸੁਣ ਕੇ ਸਤਿਗੁਰ ਸਿੱਖ ਕੇ ਬੰਧਨ ਕੱਟ ਹੈ, ਗੁਰ ਕਾ ਸਿੱਖ ਬਕਾਰ ਤੇ ਹਟ ਹੈ। ਬਾਲੇ ਰਾਏ ਕਹਿੰਦਾ ਹੇ ਗੁਰੂ ਕੇ ਸਿੱਖ, ਤੇਰਾ ਗੁਰੂ ਇਹੋ ਜਿਹਾ ਬੰਧਨ ਸਾਡੇ ਵੀ ਕੱਟ ਦੂਗਾ? ਕਹਿੰਦਾ ਹਾਂ ਬਈ ਕੱਟ ਦੂ। ਕਹਿੰਦੇ ਫਿਰ ਸਾਡੀ ਨਹੀਂ ਅਰਦਾਸ ਹੋ ਸਕਦੀ, ਕਿਰਪਾ ਕਰੋ। ਕਹਿੰਦੇ ਚੰਗਾ, ਤੁਸੀਂ ਭਾਵਨਾ ਸੁੱਧ ਨਾਲ ਮੈਂ ਅਰਦਾਸ ਕਰ ਦਿੰਦਾ, ਤੁਸੀਂ ਵੀ ਸਿਮਰਨ ਕਰੋ, ਮਹਾਰਾਜ ਹਾਜ਼ਰ ਨਾਜ਼ਰ ਹੋਣਗੇ। ਕੱਲ ਸਤ ਸੰਗਤ ਜੀ ਇਹ ਪ੍ਰਸੰਗ ਆ ਚੁੱਕਿਆ ਹੈ। ਜਿਸ ਪ੍ਰਕਾਰ ਇਹਨਾਂ ਦੇ ਸਤ ਸੰਗਤ ਜੀ ਸਿਮਰਨ ਦਾ ਫਲ ਆਪ ਜੀ ਨੇ ਆਕਾਸ਼ੀ ਮਾਰਗ ਤੇ ਘੋੜੇ ਦੇ ਸਮੇਤ ਆ ਕੇ ਕਿਲੇ 'ਚ ਆ ਉਤਰੇ ਹਨ। ਜਿਸ ਵੇਲੇ ਦਰਸ਼ਨ ਕੀਤੇ ਬਾਲੇ ਰਾਏ ਕਹਿੰਦਾ ਤੁਸੀਂ ਕੌਣ ਹੋ? ਪਿੰਜਰੇ ਮੂਹਰੇ ਕੱਢ ਕੇ ਕਹਿੰਦੇ ਜਿਹਨੂੰ ਯਾਦ ਕਰਦਾ ਉਹੀ ਹੈ। ਕਹਿੰਦੇ ਮਹਾਰਾਜ ਬੜੀ ਕਿਰਪਾ ਕੀਤੀ, ਸਾਨੂੰ ਛਡਾਓ, ਬੇੜੀਆਂ ਪਈਆਂ ਹੋਈਆਂ। ਵਾਹਿਗੁਰੂ ਕਹਿ ਕੇ ਸਤ ਸੰਗਤ ਜੀ ਜਦ ਸਮਾਲ ਨੇ ਕਿਹਾ ਵਾਹਿਗੁਰੂ ਕਹੋ, ਜਦ ਹੀ ਸਤ ਸੰਗਤ ਜੀ ਬੰਧਨ ਕੱਟ ਕੇ ਰੱਖ ਦਿੱਤੇ। ਕਹਿੰਦੇ ਭਰਾ ਨੂੰ ਵੀ ਜਗਾ ਲੈ, ਨਾਲੇ ਚੋਰੀ ਨਹੀਂ ਜਾਣਾ। ਬੁਲੰਦ ਆਵਾਜ਼ ਨਾਲ ਸਾਰੇ ਕਿਲੇ ਦੇ ਪਹਿਰੇਦਾਰਾਂ ਨੂੰ ਆਵਾਜ਼ ਦੇ ਦੇ ਕਿ ਸਾਨੂੰ ਲਿਜਾਉਣ ਲਿਆਉਣ ਵਾਲੇ ਆ ਗਏ ਹਨ, ਅਸੀਂ ਜਾ ਰਹੇ ਹਾਂ, ਜੋ ਤੁਹਾਡੇ 'ਚ ਬਲ ਹੈ ਤੁਸੀਂ ਸਾਨੂੰ ਪਕੜ ਲਓ। ਇਉਂ ਆਵਾਜ਼ਾਂ ਦਵਾ ਕੇ ਸਤ ਸੰਗਤ ਜੀ ਆਪ ਜੀ ਨੇ ਰਕਾਬਾਂ ਦੋਨਾਂ ਪਾਸੇ ਦੋਨੋਂ ਰਜਵਾੜਿਆਂ ਨੂੰ ਪਕੜਾ ਕੇ ਆਕਾਸ਼ੀ ਮਾਰਗ ਸਤ ਸੰਗਤ ਜੀ ਬਾਹਰ ਲੈ ਆਉਂਦੇ ਹਨ। ਜਿਸ ਵੇਲੇ ਆਪ ਜੀ ਉਤਾਰੇ ਲਿਆ ਕੇ ਕਹਿਣ ਲੱਗੇ ਮਹਾਰਾਜ ਹੁਣ ਬੜੀ ਕਿਰਪਾ ਕੀਤੀ। ਮਹਾਰਾਜ ਕਹਿੰਦੇ ਸਾਡੇ ਹੁਣ ਸਰੂਪ ਨੂੰ ਤੁਸੀਂ ਦੁਬਾਰਾ ਨਹੀਂ ਹੁਣ ਦਰਸ਼ਨ ਕਰੋਗੇ, ਅਸੀਂ ਤੁਹਾਡੀ ਭਾਵਨਾ ਪੂਰੀ ਕੀਤੀ ਹੈ। ਕਹਿੰਦੇ ਜੀ ਅਸੀਂ ਜੇ ਫੇਰ ਕੋਈ ਸੇਵਾ ਕਰਨੀ ਹੋਵੇ, ਕਹਿੰਦੇ ਸਾਡਾ ਸੱਚਖੰਡ ਸਥਾਨ ਹੈ ਹਜ਼ੂਰ ਸਾਹਿਬ, ਉੱਥੇ ਲੰਗਰ ਚੱਲਦੇ ਆ, ਉੱਥੇ ਸੇਵਾ ਕਰਿਆ ਕਰਿਓ। ਇਹ ਆਗਿਆ ਕਰਕੇ ਸਤ ਸੰਗਤ ਜੀ ਆਪ ਅਲੋਪ ਹੋ ਗਏ। ਭਾਵ ਕੀ ਸਤਿਗੁਰ ਮੇਰਾ ਨਿਤ ਨਵਾਂ, ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ, ਸਭੈ ਰਿਹਾ ਸਮਾਏ। ਇਹ ਗੁਰਬਾਣੀ ਦੀ ਪੰਕਤੀ ਹੈ। ਸਤਿਗੁਰੂ ਸਾਡੇ ਨਿਤ ਨਵੇਂ ਹਨ, ਭਾਵੇਂ ਜੋਤੀ ਜੋਤ ਸਮਾਉਣ ਦੇ ਗੁਰਪੁਰਬ ਮਨਾਉਂਦੇ ਹਾਂ,
ਅਵਤਾਰ ਧਾਰਨ ਦੇ ਮਨਾਉਂਦੇ ਹਾਂ। ਉਹ ਕਿਉਂ? ਜਦੋਂ ਉਹਨਾਂ ਨੇ ਦੇਹ ਪ੍ਰਾਪਤ ਕੀਤੀ ਸਾਡਾ ਭਲਾ ਕਰਨ ਵਾਸਤੇ, ਜਦੋਂ ਉਹਨਾਂ ਨੇ ਦੇਹ ਅਲੋਪ ਕਰਕੇ ਆਪਣੇ ਸਰੂਪ ਵਿੱਚ ਅਸਲੀ ਵਿੱਚ ਸਤ ਸੰਗੀ ਸਮਾ ਗਏ, ਉਦੋਂ ਆਪਾਂ ਜੋਤੀ ਜੋਤ ਮੰਨ ਦਿੰਦੇ ਹਾਂ। ਨਹੀਂ ਤਾਂ ਸਤਿਗੁਰੂ ਸਤ ਸੰਗੀ ਆਵਾਗਮਨ ਤੋਂ ਰਹਿਤ ਹਨ। ਇਸ ਵੇਲੇ ਵੀ ਸੰਗਤ ਵਿੱਚ ਹਾਜ਼ਰ ਨੇ। ਜਿਹੜੇ ਜਿੰਨੀ ਜਿੰਨੀ ਸ਼ਰਧਾ ਵਧੇਗੀ ਤਿਉਂ ਤਿਉਂ ਭਾਈ ਸਤਿਗੁਰੂ ਜੀ ਆਪਣੇ ਨੇੜੇ ਅੰਗ ਸੰਗ ਹਨ। ਇਹ ਖਾਲਸੇ ਨੂੰ ਲੇਖਾ ਹੈ। ਕਦੇ ਅੰਮ੍ਰਿਤਧਾਰੀ ਸਿੰਘ ਗੁਰੂ ਸਾਹਿਬ ਨੂੰ ਆਪ ਤੋਂ ਦੂਰ ਨਹੀਂ ਮੰਨਦਾ। ਗੁਰਬਾਣੀ ਥਾਂ ਥਾਂ ਤੇ ਕਹਿੰਦੀ ਆ, ਭਗਤ ਜਨਾਂ ਕੇ ਸਾਥ ਨਿਹਾਰ ਹੈ। ਵਾਹਿਗੁਰੂ ਭਗਤਾਂ ਦੇ ਸਵਾਸਾਂ ਵੱਲ ਦੇਖਦਾ ਰਹਿੰਦਾ ਹੈ, ਕਿਤੇ ਮੇਰੇ ਪਿਆਰੇ ਸਿੱਖ ਨੂੰ ਔਖਾ ਸਾਹ ਤਾਂ ਨਹੀਂ ਆਉਂਦਾ। ਪਰ ਲੇਕਿਨ ਅਸੀਂ ਅਧਿਕਾਰੀ ਹੋਈਏ, ਹੈ ਤਾਂ ਭਾਈ ਸਭ ਨੂੰ ਘਟੀ 100 ਵਸੇ 100 ਬਿਨ ਘਟਨਾ ਕੋਏ, ਸਾਰਿਆਂ ਅੰਦਰ ਹੀ ਬਸਦਾ ਹੈ। ਲੇਕਿਨ ਸਤ ਸੰਗਤ ਜੀ, ਲੇਕਿਨ ਸੰਤਾਂ ਭਗਤਾਂ ਦੀ ਵਿਸ਼ੇਸ਼ ਰੱਖਿਆ ਕਰਦਾ ਹੈ। ਐਸੇ ਸਤਿਗੁਰੂ ਸਤ ਸੰਗਤ ਜੀ ਆਪ ਜੋਤੀ ਸਰੂਪ ਇਸ ਵੇਲੇ ਸੰਗਤਾਂ 'ਚ ਵਰਤ ਖਾਲਸੇ 'ਚ ਵਰਤ ਰਹੇ ਹਨ। ਮਹਾਰਾਜ ਨੇ ਕਿਹਾ, ਸਿੱਖ ਪੰਚਨ ਮੈਂ ਮੇਰੋ ਬਾਦਸ਼ਾਹ, ਅਸੀਂ ਭਾਈ ਰਹਿਤ ਬਹਿਤ ਜੇ ਪੰਚੋ ਮਿਲੇ, ਮਮ ਸਰੂਪ ਤੈ ਜਾਨੋ ਭਲੇ। ਥਾਂ ਥਾਂ ਤੇ ਆਪਾਂ ਇਹ ਪ੍ਰਚਾਰ ਸੁਣਦੇ ਹਾਂ ਸਤ ਸੰਗਤ ਜੀ। ਲੇਕਿਨ ਮਲੇਸ਼ਤਾਈ ਸਾਡੇ ਚੋਂ ਨਿਕਲ ਜਾਵੇ, ਸੱਚੇ ਸੁੱਚੇ ਸਿੰਘ ਹੋਈਏ, ਫੇਰ ਗੁਰੂ ਭਾਈ ਕਿੱਥੇ ਸਾਤੋਂ ਦਰੇਡੇ ਨਹੀਂ ਹੈ। ਆਓ ਬਿਰਤੀਆਂ ਨੂੰ ਕਾਗਰ ਕਰੋ। ਅੱਗੇ ਜਿਵੇਂ ਕਥਾ ਆ ਰਹੀ ਆ ਸੁਣੋ। ਬਾਲੇ ਰਾਏ ਵਿਚਾਰ ਕੈ, ਇਹ ਬਾਲੇ ਰਾਏ ਤੇ ਰੁਸਤਮ ਰਾਏ ਦੋਨੋਂ ਭਰਾ ਹੈ। ਇਹਨਾਂ ਨੇ ਵਿਚਾਰ ਕੇ ਦੇ ਸੰਗ ਰੁਸਤਮ ਰਾਏ, ਨਾਲ ਹੀ ਭਾਈ ਇਹਦਾ ਰੁਸਤਮ ਰਾਏ ਹੈ। ਪਹੁੰਚੇ ਆਪਣੇ ਸਦਨ ਮਹਿ, ਇਹ ਸਤ ਸੰਗਤ ਜੀ ਆਪਣੇ ਘਰ ਪਹੁੰਚੇ ਹਨ। ਧਨ ਗਨ ਸੰਗ ਲਵਾਏ, ਇਹਨਾਂ ਦੇ ਸਤ ਸੰਗਤ ਜੀ ਇਹਨਾਂ ਨੇ ਉੱਥੋਂ ਆਪਣੇ ਘਰੋਂ ਧਨ ਲਿਆ। ਚੌਪਈ ਅਵਚਲ ਨਗਰ ਗਏ ਹਰ ਖਾਏ, ਬਹੁਤ ਖੁਸ਼ ਹੋ ਕੇ ਹਜੂਰ ਸਾਹਿਬ ਵਾਲੇ ਥਾਂ ਤੇ ਦੋਨੋਂ ਭਰਾ ਪਹੁੰਚੇ। ਦਰਸ਼ਨ ਕਰਿਓ ਸੀਸ ਕੋ ਨਿਆਏ, ਦਰਸ਼ਨ ਕੀਤੇ ਮਹਾਰਾਜ ਦੇ ਸਤ ਸੰਗਤ ਜੀ ਥੜੇ ਦੇ, ਜਿੱਥੇ ਆਪਨੇ ਚਿਖਾ ਬਣਾਈ ਸੀ ਉੱਥੇ ਦਰਸ਼ਨ ਕਰਕੇ ਨਮਸਕਾਰ ਕਰਦੇ ਪਏ। ਸਾਤੀ ਦਰਬ ਸਰਬ ਦੇ ਤਥਾ, ਜਿੰਨੀ ਸਤ ਸੰਗਤ ਜੀ ਅੱਗੇ ਕਾਗਜ਼ ਦੇ ਰੁਪਈਏ ਤਾਂ ਹੁੰਦੇ ਨਹੀਂ ਸੀ, ਚਾਂਦੀ ਦੇ ਰੁਪਈਏ। ਇਸੇ ਤਰ੍ਹਾਂ ਮੋਹਰਾਂ ਸੋਨੇ ਦੀਆਂ, ਉਹ ਥੈਲੀ ਜਿਹੜੀ ਰੁਪਈਆਂ ਦੀ ਲਿਆਏ ਸੀ, ਇਹਨਾਂ ਨੇ ਭੇਟਾ ਕੀਤੀ। ਕਹੀ ਸੰਤੋਖ ਸਿੰਘ ਸੰਗ ਕਥਾ, ਭਾਈ ਸੰਤੋਖ ਸਿੰਘ ਸਾਹਿਬ ਜੀ ਨੂੰ ਕਿਹਾ, ਉਠ ਅਰਦਾਸ ਕਰੀ ਗੁਰ ਆਗੈ। ਭਾਈ ਸੰਤੋਖ ਸਿੰਘ ਕਲਗੀਧਰ ਪਾਤਸ਼ਾਹ ਨੇ ਸਾਡੀ ਬਾਂਹ ਪਕੜੀ ਹੈ। ਸਤਾਰੇ ਦੇ ਕਿਲੇ 'ਚ ਉਮਰ ਕੈਦ ਸੀ ਅਸੀਂ, ਸਾਨੂੰ ਛੁੱਟਣ ਦੀ ਕੋਈ ਉਮੀਦ ਨਹੀਂ ਸੀ। ਇਹ ਤਾਂ ਮਹਾਰਾਜ ਦੀ ਕਿਰਪਾ ਹੋਈ ਹੈ। ਆਪ ਪਹੁੰਚੇ, ਹਾਜ਼ਰ ਹੋ ਕੇ ਸਾਨੂੰ ਬਾਹਰ ਲੈ ਆਏ ਨੇ। ਸੰਤੋਖ ਸਿੰਘ ਹੈਰਾਨ ਹੋ ਗਿਆ ਵੀ ਮਹਾਰਾਜ ਤਾਂ ਜੋਤੀ ਜੋਤ ਸਮਾ ਗਏ, ਇਹ ਆ ਕੇ ਕੀ ਪ੍ਰਸੰਗ ਸੁਣਾਉਂਦੇ ਨੇ। ਫੇਰ ਨੇਚਾ ਹੋਇਆ, ਸਦ ਹਜੂਰ ਹਾਜ਼ਰ ਹੈ ਨਾਜ਼ਰ, ਕਤੋਂ ਨਾ ਭਇਓ ਦੁਰਾਈ। ਤਾਂ ਹਜੂਰ ਸਾਹਿਬ ਕਹਿੰਦੇ ਹਾਂ ਆਪਾਂ, ਸਦਾ ਹਾਜ਼ਰ ਨਾਜ਼ਰ ਹਨ ਮਹਾਰਾਜ ਜੀ। ਕਦੇ ਵੀ ਖਾਲਸੇ ਤੋਂ ਦੂਰ ਹੋਣ ਵਾਲੀ ਬਾਤ ਨਹੀਂ ਹੈ। ਜੇ ਸਤ ਸੰਗਤ ਜੀ ਆਪ ਦੀਆਂ ਹੀ ਅੱਖਾਂ ਨਹੀਂ ਹਨ ਉੱਲੂ ਦੀਆਂ, ਤਾਂ ਉਹ ਚਾਹੇ ਲੱਖ ਕਹੀ ਜਾਵੇ ਸੂਰਜ ਚੜਿਆ ਨਹੀਂ, ਸੂਰਜ ਚੜਿਆ ਨਹੀਂ। ਖਾਲਸੇ ਦੀਆਂ ਸਤ ਸੰਗੀ ਵਿਰਾਗ ਤੇ ਵਿਵੇਕ ਦੀਆਂ ਅੱਖਾਂ ਹਨ। ਸੁਰਤੀ ਸਿਮਰਤੀ ਨੇਤਰ ਖਾਲਸੇ ਨੂੰ ਬਖਸ਼ੇ, ਪ੍ਰੋਖ ਅਪਰੋਖ ਗਿਆਨ ਦੇ ਨੇਤਰ ਬਖਸ਼ੇ। ਇਹ ਜਿਹੜੇ ਨੇਤਰ ਜਿਨ੍ਹਾਂ ਨੂੰ ਬਖਸ਼ ਦਿੱਤੇ, ਉਹਨਾਂ ਨੂੰ ਭਾਈ ਗੁਰੂ ਸਾਹਿਬ ਦਰੇਡੇ ਨਹੀਂ ਹੈ। ਉਸ ਵੇਲੇ ਬੜਾ ਪ੍ਰਸੰਨ ਹੋਇਆ ਭਾਈ ਸੰਤੋਖ ਸਿੰਘ। ਉਠ ਅਰਦਾਸ ਕਰੀ ਗੁਰ ਆਗੇ, ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਹਨਾਂ ਦੋਨਾਂ ਭਰਾਵਾਂ ਦੀ ਅਰਦਾਸ ਕੀਤੀ। ਭੇਟਾ ਲੈ ਕੇ ਆਏ ਨੇ ਮਹਾਰਾਜ ਨੂੰ। ਧੰਨ ਪ੍ਰਭੂ ਸਗਰੇ ਥਲ ਜਾਗੇ, ਕੀ ਕਿਹਾ ਭਾਈ ਸੰਤੋਖ ਨੇ? ਧੰਨ ਸੱਚੇ ਪਾਤਸ਼ਾਹ, ਤੁਸੀਂ ਸਾਰਾ ਥਾਵਾਂ ਤੇ ਪ੍ਰਕਾਸ਼ ਕਰ ਰਹੇ ਹੋ। ਸਿਮਰੇ ਹਾਜ਼ਰ ਹੋਵੈ ਜਹ ਕਹਾਂ, ਜਿੱਥੇ ਕਿੱਥੇ ਕੋਈ ਸਿਮਰਦਾ ਉੱਥੇ ਹਾਜ਼ਰ ਹੁੰਦੇ ਹੋ। ਆਪਣੀ ਪੈਜ ਰਾਖਤੇ ਮਹਾ, ਆਪਣੀ ਮਹਾਰਾ ਪੈਜ ਰੱਖਦੇ ਹੋ। ਪੈਜ ਕੀ ਹੈ? ਪਤਿਤ ਪਾਵਨ। ਪੈਜ ਨੂੰ ਪਰਨ ਦਾ ਹੁੰਦਾ ਹੈ। ਵਾਹਿਗੁਰੂ ਦਾ ਪਰਨ ਹੈ ਕਿ ਪਤਿਤ ਪਾਵਨ, ਪਾਪੀਆਂ ਨੂੰ ਪਵਿੱਤਰ ਕਰਨਾ। ਨਾਲ ਹੀ ਦੂਸਰਾ ਪਰਨ ਹੈ ਭਗਤ ਵਛਲ, ਭਗਤਾਂ ਦੀ ਸਤ ਦੀ ਰੱਖਿਆ ਕਰਨੀ। ਇਹ ਦੋਨੋਂ ਪਰਨਾਂ ਨੂੰ ਤੁਸੀਂ ਭੁੱਲਦੇ ਨਹੀਂ। ਕਿਤਕ ਤਿਹਾਵਲ ਕਰ ਵਰਤਾਇਓ, ਉਸ ਵੇਲੇ ਕਿਤਨਾ ਕੜਾ ਪ੍ਰਸ਼ਾਦ ਖੁੱਲਾ ਬਣਾ ਕੇ ਵਰਤਾਇਆ। ਅਵਰ ਦੇਖ ਕੋ ਕਾਰ ਚਲਾਇਓ, ਜਿੰਨੀ ਹੋਰ ਮਾਇਆ ਸੀ ਹੋਰ ਲੰਗਰ ਵਿੱਚ ਲਾ ਲਈ। ਇਹਨਾਂ ਦੀ ਭੇਟਾ ਬਾਲੇ ਰਾਏ ਦੀ। ਪਰਚਰ ਪ੍ਰਸੰਗ ਦੇਸ਼ ਮੈਂ ਹੋਵਾ, ਇਹ ਸਾਰੇ ਦੱਖਣ ਵਿੱਚ ਸਤ ਸੰਗਤ ਜੀ ਬਾਤ ਫੈਲ ਗਈ ਕਿ 10ਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਦਾ ਕੌਤਕ ਕਰਨ ਤੋਂ ਬਾਅਦ ਕਈ ਮਹੀਨੇ ਬਾਅਦ ਉਸੇ ਤਰ੍ਹਾਂ ਘੋੜੇ ਤੇ ਸਵਾਰ ਹੋ ਕੇ
ਬਾਲੇ ਰਾਏ ਰੁਸਤਮ ਰਾਏ ਨੂੰ ਰਿਹਾ ਕਰਾਇਆ ਹੈ। ਗੁਰ ਦਰਬਾਰ ਬ੍ਰਿੰਦ ਹੀ ਜੋਵਾ ਸਾਰੀਆਂ ਸੰਗਤਾਂ ਗੁਰੂ ਦਰਬਾਰ 'ਚ ਦਰਸ਼ਨ ਕਰਦੀਆਂ। ਯਥਾ ਸ਼ਕਤ ਸਭ ਭੇਟ ਚੜਾਵੈ ਜੈਸੇ ਭਾਈ ਸ਼ਕਤੀ ਆ ਉਸ ਇਲਾਕੇ 'ਚ ਬਨਜਾਰੇ ਲਵਾਣੇ ਹੋਰ ਸਹਿਜ ਧਾਰੀ ਬੇਅੰਤ ਲੋਕ ਹਨ। ਉਹ ਆ ਕੇ ਭਾਵੇਂ ਕਿੰਨੀ ਗਰੀਬੀ ਹੋਵੇ ਸਤ ਸੰਗਤ ਜੀ, ਕਈਆਂ ਤਾਂ ਕੱਪੜੇ ਪਾਟੇ ਵਿਚਾਰੇ ਧੋਤੀ ਪਾਟੀ ਪਾਈ ਹੁੰਦੀ ਹੈ, ਪਰ ਉਹ ਫੇਰ ਵੀ ਭਾਵਨਾ ਨਾਲ ਸਤ ਸੰਗਤ ਜੀ ਆਪਣਾ ਦਸਾਉਂਦ ਉੱਥੇ ਦਿੰਦੇ ਹਨ। ਜਿੰਨੇ ਉਸ ਦੱਖਣ ਦੇ ਲੋਕ ਨੇ ਭਾਵਨਾ ਰੱਖਦੇ ਹਨ, ਕਰਹਿ ਕਾਮਨਾ ਨਾ ਨਾ ਪਾਵੈ ਜੋ ਜੋ ਕਾਮਨਾ ਕਰਦੇ ਨੇ ਸਾਰੀਆਂ ਇੱਛਾ ਪੂਰੀਆਂ ਕਰਦੇ ਹਨ। ਜੋ ਪੰਜਾਬ ਦੇਸ਼ ਕੋ ਆਏ ਜਿਹੜੇ ਸਤ ਸੰਗਤ ਜੀ ਸਿੰਘ ਉਪਰਾਮ ਹੋ ਕੇ ਉੱਥੋਂ ਪੰਜਾਬ ਨੂੰ ਆ ਗਏ ਸੀ, 10ਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਦਿੱਲੀਪੁਰ ਮੈਂ ਸੋ ਪ੍ਰਵਿਸ਼ਾਏ ਪਹਿਲਾਂ ਦਿੱਲੀ ਪਹੁੰਚੇ, ਆ ਕੇ ਦਿੱਲੀ 'ਚ ਪ੍ਰਵੇਸ਼ ਹੋਏ ਮਾਤ ਆ। ਸੁੰਦਰੀ ਸਾਹਿਬ ਦੇਵੀ ਹੋਰ ਕਿੱਥੇ ਜਾਣਾ ਸੀ ਸਤ ਸੰਗਤ ਜੀ? ਗੁਰੂ ਕੇ ਵੰਸ਼ ਵਿੱਚੋਂ ਮਾਤਾ ਸਾਹਿਬ ਦੇਵਾ ਜੀ, ਮਾਤਾ ਸੁੰਦਰੀ ਜੀ। ਇਹ ਮਾਤਾ ਸੁੰਦਰੀ ਜੀ ਦੇ ਮਹਿਲਾਂ ਨੂੰ ਕੌਣ ਭੁੱਲਿਆ ਹੋਇਆ? ਸਾਰੀਆਂ ਸੰਗਤਾਂ ਦਿੱਲੀ ਦਰਸ਼ਨ ਕਰਦੀਆਂ। ਉਸ ਸਥਾਨ ਤੇ ਦੋਨੋਂ ਭੈਣਾਂ ਰਹਿੰਦੀਆਂ ਸੀ। ਜਾਏ ਨਮੋ ਕੀਨੀ ਜੁਗ ਸੇਵੀ ਦੋਨੋਂ ਮਾਤਾਵਾਂ ਨੂੰ ਜਾ ਕੇ ਮੱਥਾ ਟੇਕਿਆ, ਨਾਲੇ ਉਹਨਾਂ ਦੀ ਪੂਜਾ ਕੀਤੀ। ਕੁਛ ਮਿਸ਼ਟਾਨੋ ਪਾਏ ਨ ਰਾਖੀ ਭੇਟਾ ਵੀ ਮਠਿਆਈ ਆਦਿਕ ਰੱਖੀ ਅੱਗੇ। ਇੱਕ ਸਿੰਘਨ ਕੋ ਬੂਝਨ ਕਾਖੀ ਸਿੰਘਾਂ ਨੂੰ ਦੇਖ ਕੇ ਸਮਝ ਗਈਆਂ ਕਿ ਇਹ ਤਾਂ ਸਾਡੇ ਪਤੀ ਮਹਾਰਾਜ ਜੀ ਦੇ ਨਾਲ ਰਹਿਣ ਵਾਲੇ ਸਿੰਘ ਨੇ। ਦੇਖ ਕੇ ਪੁੱਛਣ ਲੱਗੀਆਂ, ਤੁਮ ਜਗ ਗੁਰ ਕੇ ਸੰਗੀ ਆਹੋ ਹੇ ਭਾਈ ਤੁਸੀਂ ਤਾਂ ਜਗਤ ਗੁਰੂ ਮਹਾਰਾਜ ਦੇ ਸਾਥੀ ਹੋ, ਅਬ ਤੇ ਤਜ ਆਏ ਸੱਚ ਕਹੋ ਸੱਚ ਦੱਸੋ ਮਹਾਰਾਜ ਵੀ ਆ ਗਏ ਦੱਖਣ ਵਿੱਚੋਂ ਕਿ ਤੁਸੀਂ ਇਕੱਲੇ ਹੀ ਆਏ ਹੋ? ਕਦੋਂ ਛੱਡ ਕੇ ਆਏ ਹੋ? ਸੁਨਤ ਸਜਲ ਦਰਗ ਜੋਰ ਥਾ ਕੀ ਕਹਿਣ ਸਤ ਸੰਗਤ ਜੀ, ਸਿੰਘ ਵੀ ਵਿਛੋੜੇ ਦੇ ਦੁੱਖ ਕਰਕੇ ਬਹੁਤ ਵਿਰਾਗ ਕਰਦੇ ਸੀ। ਨੇਤਰਾਂ ਚੋਂ ਅਥਰੂ ਜਾ ਰਹੇ ਸਿੰਘਾਂ ਦੇ ਹੱਥ ਜੋੜ ਕੇ ਮਾਤਾਵਾਂ ਨੂੰ ਦੱਸਣ ਲੱਗੇ। ਗਾਤਾ ਕਹੀ ਮਾਤ ਕੇ ਸਾਥਾ ਮਾਤਾ ਸੁੰਦਰੀ ਨੂੰ ਸਾਰੀ ਵਾਰਤਾ ਦੱਸੀ। ਸਤਿਗੁਰ ਆਪਣੇ ਸਦਨ ਸੁਧਾਰੇ ਇਹ ਮਾਤਾ ਜੀ 10ਵੇਂ ਪਾਤਸ਼ਾਹ ਆਪਣੇ ਸੱਚਖੰਡ ਸਥਾਨ 'ਚ ਚਲੇ ਗਏ। ਹਮ ਅਨਾਥ ਹੋਏ ਤਹੀਂ ਪਧਾਰੇ ਅਸੀਂ ਯਤੀਮ ਹੋ ਗਏ, ਅੱਜ ਸਹਿਜੇ ਸਹਿਜੇ ਅਸੀਂ ਉੱਥੋਂ ਤੁਹਾਡੇ ਚਰਨਾਂ 'ਚ ਆਏ ਹਾਂ। ਨਿਜ ਪਗ ਸੰਗ ਚਿਖਾ ਪਰ ਗਏ ਕੋਈ ਬਿਮਾਰੀ ਨਹੀਂ, ਕੋਈ ਕੁਝ ਨਹੀਂ, ਦੁਨੀਆ ਦੀ ਦਾਰੀ ਵਾਂਗੂ ਕੋਈ ਢਿੱਲੇ ਨਹੀਂ ਹੋਏ। ਆਪਣੇ ਚਰਨੀ ਐਨ ਖਾਲਸੇ ਨੂੰ ਸਾਰੀ ਉਪਦੇਸ਼ ਸਿੱਖਿਆ ਦੇ ਕੇ ਚਿਖਾ ਆਪਣੇ ਆਪ ਬਣਵਾਈ ਹੈ। ਚਿਖਾ ਵੱਲ ਨੂੰ ਆਪ ਗਏ ਹਨ। ਨਿਰਗਨ ਮਿਲੇ ਅਚੰਭੇ ਪਏ ਸਾਰੀਆਂ ਸੰਗਤਾਂ ਬਹੁਤ ਇਕੱਠੀਆਂ ਹੋਈਆਂ, ਹੈਰਾਨ ਸੀ। ਭਸਮ ਵਿਖੇ ਤੇ ਕਛ ਨਾ ਪਾਇਓ ਜਦੋਂ ਤੀਜੇ ਦਿਨ ਭਸਮ ਰਾਖ ਇਕੱਠੀ ਕੀਤੀ, ਉਹਦੇ ਵਿੱਚ ਵੀ ਕੋਈ ਅਸਥੀ ਨਹੀਂ ਸੀ। ਇੱਕ ਛੋਟੀ ਜਿਹੀ ਕਿਰਪਾਨ ਮਿਲੀ ਹੈ, ਨੈ ਅਸਥੀ ਆਜੁਦ ਸਮਦਾਇਓ ਹੋਰ ਕੋਈ ਸ਼ਸਤਰ ਨਹੀਂ ਸੀ, ਕੋਈ ਅਸਥੀ ਨਹੀਂ ਸੀ। ਰਹਿਤ ਵੇਲੇ ਨ ਹੈ ਨ ਤੁਰੰਗ ਉਧਰ ਘੋੜਾ ਵੀ ਤਵੇਲੇ ਵਿੱਚ ਮਹਾਰਾਜ ਦਾ ਖਾਸ ਸਵਾਰੀ ਵਾਲਾ ਜਿਹੜਾ ਘੋੜਾ ਸੀ ਉਹ ਵੀ ਨਾਲ ਲੈ ਗਏ। ਜਾਣਿਓ ਸਭਨ ਗਏ ਦੇ ਸੰਗ ਜਾਣ ਲਿਆ ਸਾਰੇ ਖਾਲਸੇ ਨੇ, ਸੰਗਤਾਂ ਨੇ ਘੋੜੇ ਨੂੰ ਨਾਲ ਲੈ ਗਏ। ਰਾਮਚੰਦ ਸ਼੍ਰੀ ਕ੍ਰਿਸ਼ਨ ਉਦਾਰਾ ਜਿਵੇਂ ਤ੍ਰੇਤੇ ਦੇ ਅੰਦਰ ਕ੍ਰਿਸ਼ਨ ਰਾਮਚੰਦਰ ਜੀ ਹੋਏ, ਦੁਆਪਰ 'ਚ ਕ੍ਰਿਸ਼ਨ ਭਗਵਾਨ ਜੀ ਹੋਏ, ਭਏ ਮੁਖ ਇਹ 10 ਅਵਤਾਰਾ ਇਹ 10 ਮੁਖੀ ਅਵਤਾਰ ਹੋਏ ਨੇ। ਸਤ ਹੈ ਇਹ 24 ਵਿਸ਼ਨੂੰ ਦੇ ਅਵਤਾਰ, 10 ਸਤ ਸੰਗਤ ਜੀ ਮੁਖੀ ਹਨ। 10 ਅਵਤਾਰੀ ਰਾਮ ਰਾਜਾ ਆਇਆ। ਆਸਾ ਰਾਗ 'ਚ ਵਰਣਨ ਆਉਂਦਾ ਹੈ। 2 ਜਲਚਰ 2 ਮਾਨਚਰ 4 ਵਿਪਰ 2 ਭੂਪ 52 ਤੇ ਪੁਰ ਪਰਸਰਮ ਕਲਕੀ ਬੋਧ ਅਨੂਪ। ਇਹ 10 ਅਵਤਾਰ ਵਿਸ਼ਨੂੰ ਦੇ ਨੇ। ਨੇਕ ਨਾਂਕੀ 10ਵੇਂ ਨੇ ਹਲੇ ਸਤ ਸੰਜੀ ਖੀਰ ਤੇ ਆਉਣਾ ਹੈ। ਕਈ ਉਹਦੇ ਵਿੱਚ ਬੜੀ ਰੁਚੀ ਰੱਖਦੇ, ਆਪਾਂ ਕੀ ਲੈਣਾ ਸਤ ਸੰਗਤ ਜੀ, ਖਰੇ ਲੱਖਾਂ ਸਾਲ ਰਹਿੰਦੇ ਨੇ ਆਉਣ 'ਚ। ਐਵੇਂ ਉਹ ਵਿਚਾਰਾਂ ਕਰੀ ਜਾਈਏ ਜਿਹੜੀਆਂ ਫਜ਼ੂਲ ਆਪਣੇ ਫਾਇਦੇ 'ਚ ਹੀ ਕੋਈ ਨਹੀਂ ਹਨ। ਇਹ ਪਰਮੇਸ਼ਰ ਦੀ ਨੇਤ ਹੈ, ਸਾਰੀ ਸੇਠੀ ਪਰਮੇਸ਼ਰ ਸਤ ਸੰਗਤ ਜੀ ਉਹਨੂੰ ਚਿੰਤਾ ਹੈ। ਸੋ ਇਸ ਤਰ੍ਹਾਂ ਰਾਮਚੰਦਰ ਤੇ ਕ੍ਰਿਸ਼ਨ, ਇਸ ਤਰ੍ਹਾਂ ਸਤ ਸੰਗਤ ਜੀ 52 ਅਵਤਾਰ ਹੋਇਆ। ਇਸੇ ਤਰ੍ਹਾਂ ਸਤ ਸੰਗਤ ਜੀ ਜਿਹਨੇ ਛੜਿਆ ਸੀਗਾ ਤੇ ਪਰਸਰਾਮ ਹੋਇਆ ਹੈ, ਇਹ ਬ੍ਰਾਹਮਣ ਸਨ। ਸੇ ਬੋਧ ਅਵਤਾਰ ਹੋਇਆ ਹੈ, ਇਹ ਸਤ ਸੰਗਤ ਜੀ ਮੱਛ ਅਵਤਾਰ, ਕੱਛ ਅਵਤਾਰ, ਇਹ 10 ਅਵਤਾਰ ਹਨ। ਅਰਬਲਾ ਬੀਤੀ ਸਭ ਚਲੇ ਇਹਨਾਂ ਸਾਰਿਆਂ ਅਵਤਾਰਾਂ ਨੇ ਆ ਕੇ ਦੇਹਾਂ ਧਾਰੀਆਂ। ਜਿਉਂ ਇਹਨਾਂ ਦੀ ਆਰਬਲਾ ਸਮਾਪਤ ਹੋਈਏ ਚਲੇ ਗਏ। ਨਹੀਂ ਸਥਿਰ ਨਰ ਤਨ ਇਸ ਥਲੇ ਜਿਹੜਾ ਸਰੀਰ ਧਾਰੀ ਇੱਥੇ ਕੋਈ ਆਦਮੀ ਹੈ, ਕੋਈ ਮਾਤ ਲੋਕ ਦੇ ਤਲੇ ਤੇ ਇਸਤਤ ਨਹੀਂ ਰਹੇਗਾ। ਸਭਨ ਕੋ ਸ਼ੁਭ ਦੇ ਉਪਦੇਸ਼ 10ਵੇਂ ਪਾਤਸ਼ਾਹ ਨੇ ਸਿੰਘ ਬੇਨਤੀ ਕਰ ਰਹੇ ਨੇ ਹੱਥ ਜੋੜ ਕੇ ਮਾਤਾ ਜੀ ਅੱਗੇ, ਸੁੰਦਰੀ ਜੀ ਅੱਗੇ,
ਸਾਰਿਆਂ ਸਿੰਘਾਂ ਨੂੰ ਉਪਦੇਸ਼ ਦੇ ਕੇ ਤਿਮ ਸਤਿਗੁਰ ਪਹੁੰਚੋ ਨਿਜ ਦੇਸ਼। ਸਤਿਗੁਰੂ ਜੀ ਆਪਣੇ ਸਵੈ ਦੇਸ਼ ਵਿੱਚ ਪਹੁੰਚ ਗਏ। ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਨਾ ਸਿਵ ਸ਼ਕਤੀ ਜਲ ਨਹੀਂ ਪਵਨਾ, ਤੈ ਕਾਰ ਨਹੀਂ ਮੇਦਨੀ। ਸਤਿਗੁਰ ਜੋਗ ਕਾ ਤਹਾਂ ਨਿਵਾਸਾ, ਜਾਂ ਅਵਗਤ ਨਾਥ ਅਗਮ ਧਨੀ। ਜਿੱਥੇ ਬਿਲਕੁਲ ਹੀ ਕੋਈ ਸੋਗ ਨਹੀਂ ਹੈ, ਲੇਸ ਨਹੀਂ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ ਸੱਚਖੰਡ 'ਚ, ਉੱਥੇ ਪਹੁੰਚ ਗਏ। ਜਗ ਗੁਰ ਗ੍ਰਹਿਣੀ ਦੋਨੋਂ ਮਾਤ। ਜਦੋਂ ਸੁਣਿਆ ਸਤ ਸੰਗਤ ਜੀ ਦਸਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ। ਜਗਤ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਵਾਲੀਆਂ ਮਹਿਲ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ। ਸੁਨਿਓ ਚਲਾਣਾ ਬਹੁ ਬਿਲਲਾਤ। ਜਦੋਂ ਸਤ ਸੰਗਤ ਜੀ ਚਲਾਣਾ ਮਹਾਰਾਜ ਦਾ ਜੋਤੀ ਜੋਤ ਸਮਾਉਣ ਦਾ ਪ੍ਰਸੰਗ ਸੁਣ ਲਿਆ, ਬਰਲਾਪ ਲੱਗੀਆਂ ਕਰਨ। ਚਲੀ ਬਲੋਚਨ ਤੇ ਜਲ ਧਾਰਾ। ਨੇਤਰਾਂ ਚੋਂ ਅਥਰੂ ਚੱਲ ਪਏ। ਸਾਰਾ ਸ਼ੋਕ ਰੁਦਤ ਬਹੁ ਬਾਰਾ। ਬਹੁਤ ਹੀ ਬੇਰੀ ਰੋ ਰਹੀਆਂ ਨੇ ਸਤ ਸੰਗਤ ਜੀ। ਬਾਰਾ ਖੋਲੇ ਕਰੀ ਪੁਕਾਰਾ। ਦਰਵਾਜ਼ਾ ਵੱਡਾ ਖੋਲ ਦਿੱਤਾ। ਜਿਸ ਵੇਲੇ ਆਵਾਜ਼ ਗੁਰੂ ਘਰੋਂ ਸਤ ਸੰਗਤ ਜੀ ਗਈ ਬਾਹਰ ਸੰਗਤਾਂ 'ਚ, ਸ਼ਹਿਰ ਦੀਆਂ ਸਤ ਸੰਗਤ ਜੀ ਮਾਈਆਂ, ਹੋਰ ਸਿਆਣੇ ਸਿਆਣੇ ਲੋਕ ਮਾਤਾਵਾਂ ਦੇ ਪਾਸ ਇਕੱਠੇ ਹੋਣੇ ਸ਼ੁਰੂ ਹੋ ਗਏ। ਸਾਰਾ ਕਰਿਓ ਹਮੋ ਸੰਗ ਭਾਰਾ। ਕੀ ਕਹਿੰਦੀਆਂ, ਹੈ ਮਹਾਰਾਜ ਸਾਡੇ ਨਾਲ ਇਸ ਤਰ੍ਹਾਂ ਤੁਸੀਂ ਕਰਕੇ ਚਲੇ ਗਏ। ਤੁਸੀਂ ਸਭ ਦੇ ਅੰਗ ਸੰਗ ਹੋ, ਸਾਨੂੰ ਤੁਸੀਂ ਵਿਛੋੜ ਦਿੱਤਾ। ਅੰਤ ਸਮੇਂ ਨਹਿ ਦਰਸ ਨਿਹਾਰਾ। ਅੰਤ ਦੇ ਸਮੇਂ ਅਸੀਂ ਦੋਨੋਂ ਤੁਹਾਡੇ ਦਰਸ਼ਨ ਨਾ ਕਰ ਸਕੀਆਂ। ਹਾਰਾ ਮਨ ਮਾਨੋ ਤਿਸ ਬਾਰਾ। ਇਸ ਵੇਲੇ ਸਾਡਾ ਮਨ ਹਾਰ ਗਿਆ ਹੈ, ਕੀ ਕਰ ਸਕਦੀਆਂ, ਸਾਡੇ 'ਚ ਕੋਈ ਬਲ ਨਹੀਂ ਹੈ। ਸੁਨ ਸੁਨ ਸਿੱਖ ਆਵਹਿ ਨਰ ਨਾਰੀ। ਜਿਉਂ ਜਿਉਂ ਮਾਤਾਵਾਂ ਸਤ ਸੰਗਤ ਜੀ ਵਿਛੋੜੇ ਦਾ ਦੁੱਖ ਮਰ ਰਹੀਆਂ ਦਸਵੇਂ ਪਾਤਸ਼ਾਹ ਦਾ, ਤਿਉਂ ਤੋਂ ਦਿੱਲੀ ਦੇ ਨਿਵਾਸੀ ਸਿੱਖ ਸਿੱਖਣੀਆਂ ਆਉਂਦੇ ਹਨ। ਨਿਕਟ ਬੈਠ ਸ਼ੋਰ ਹੈ ਦ੍ਰਿਗ ਬਾਰੀ। ਨੇੜੇ ਬੈਠ ਕਰਕੇ ਵਿਰਾਗ ਕਰਦੀਆਂ ਸਿੱਖ ਸੰਗਤਾਂ। ਕਹਾਂ ਗਏ ਆਚਰਜ ਕਰ ਗੁਰੂ। ਗੁਰੂ ਸਾਹਿਬ ਜੀ ਕੀ ਅਚਰਜਤਾਈ ਕਰ ਗਏ। ਹਿਰਦੈ ਸ਼ੋਕ ਹਮਰੇ ਕਰ ਸ਼ੁਰੂ। ਸਾਰਿਆਂ ਦੇ ਹਿਰਦੇ 'ਚ ਬੜਾ ਭਾਰੀ ਸੋਗ ਛਾ ਗਿਆ ਹੈ। ਸਿਮਰਹਿ ਪ੍ਰਭ ਕੇ ਗੁਣ ਨ ਅਨੇਕ। ਥਾਂ ਥਾਂ ਤੇ ਬੈਠੇ ਗੁਰੂ ਸਾਹਿਬ ਦੇ ਗੁਣਾਂ ਨੂੰ ਸਿੱਖ ਵੀ, ਮਾਤਾਵਾਂ ਵੀ, ਬੀਬੀਆਂ ਵੀ ਦਿੱਲੀ ਦੀਆਂ ਚੇਤੇ ਕਰਦੀਆਂ ਨੇ। ਹਮਕੋ ਤਜ ਕੇ ਜਲ ਦਦ ਦੇਖ। ਗਿਆਨ ਦੇ ਸਮੁੰਦਰ ਸਾਨੂੰ ਸਰੀਰ ਕਰਕੇ ਛੱਡ ਕੇ ਚਲੇ ਗਏ। ਸਾਹਿਬ ਦੇਵੀ ਸੁਨਾ ਸੋ ਜਬ ਤੇ। ਜਦੋਂ ਮਾਤਾ ਸਾਹਿਬ ਦੇਵਾਂ ਨੇ ਸਤ ਸੰਗਤ ਜੀ ਮਹਾਰਾਜ ਦਾ ਜੋਤੀ ਜੋਤ ਸਮਾਉਣਾ ਸੁਣ ਲਿਆ, ਸਾਧਨ ਲਗੀ ਨੇਮ ਬ੍ਰਤ ਤਬ ਤੇ। ਉਸ ਦਿਨ ਤੋਂ ਸਤ ਸੰਗਤ ਜੀ ਖਾਣਾ ਪੀਣਾ ਘੱਟ ਕਰ ਦਿੱਤਾ। ਸਾਧਨ ਕਰਨ ਲੱਗੀ, ਅੱਠੇ ਪਹਿਰ ਸਿਮਰਨ ਕਰਦੀ ਹੈ। ਜਬ ਤਬ ਕਰਤੇ ਦਿਵਸ ਬਤਾਵੈ। ਜਿੰਨੇ ਬਾਕੀ ਦੇ ਦਿਨ ਰਹਿ ਗਏ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ, ਮਾਤਾ ਸਾਹਿਬ ਦੇਵਾਂ ਦੇ ਜਪ ਤਪ ਦੇ ਵਿੱਚ ਹੀ ਸਾਰੀਆਂ ਘੜੀਆਂ ਬਤੀਤ ਕਰਦੀ। ਸੁਪਤੈ ਅਲਪ ਅਲਪ ਹੀ ਖਾਵੈ। ਛਕਦੀ ਵੀ ਥੋੜਾ ਤੇ ਸੌਂਦੀ ਵੀ ਰਾਤ ਨੂੰ ਥੋੜਾ ਹੀ। ਪਤ ਕੇ ਧਿਆਨ ਪਰਾਇਨ ਪੀਨੀ। ਹਰ ਵੇਲੇ ਅੱਠੇ ਪੈਰ ਦਸਵੇਂ ਪਾਤਸ਼ਾਹ ਦਾ ਧਿਆਨ ਲਾ ਕੇ ਰੱਖਦੀ। ਦੁਰਬਲ ਦੇ ਦਸ਼ਾ ਬਹੁ ਕੀਨੀ। ਇਹੀ ਜੀ ਸਰੀਰ ਦੀ ਹਾਲਤ ਹੋ ਗਈ। ਸਤ ਸੰਗਤ ਜੀ ਬਹੁਤ ਹੀ ਪਤਲਾ ਹੋ ਗਿਆ, ਹੱਡੀਆਂ ਚਮਕਣ ਲੱਗ ਗਈਆਂ। ਕਹੈ ਸੁੰਦਰੀ ਬਹੁ ਸਮਝਾਏ। ਮਾਤਾ ਸੁੰਦਰੀ ਜੀ ਬਹੁਤ ਸਮਝਾਉਂਦੀ ਹੈ ਕਿ ਤੂੰ ਦੁੱਖ ਨਾ ਵਿਛੋੜੇ ਦਾ ਮਨ ਭਾਣਾ ਮਨ। ਨੇੜੇ ਹੋ ਕੇ ਭੋਜਨ ਵੀ ਛਕਾਉਂਦੀ ਹੈ, ਪਰ ਥੋੜਾ ਛਕਦੀ ਹੈ। ਤਦ ਪਲਪ ਹੀ ਭੋਜਨ ਖਾਏ। ਫੇਰ ਵੀ ਬਹੁਤ ਥੋੜਾ ਭੋਜਨ ਛਕਦੀ ਹੈ ਮਾਤਾ। ਸਿੱਖ ਸਿੱਖਣੀ ਸੀਸ ਨਵਾਹਵੇ। ਹੋਰ ਜਿੰਨੇ ਦਿੱਲੀ ਦੇ ਸਿੱਖ ਹਨ, ਸਿੱਖਣੀਆਂ ਨੇ, ਮੱਥਾ ਟੇਕਦੇ ਨੇ, ਬਹੁ ਬਿਦ ਕੀ ਸ਼ੁਭ ਸੇਵਕ ਮਾਵਹਿ। ਬਹੁਤ ਤਰ੍ਹਾਂ ਦੀ ਸੇਵਾ ਕਰਦੇ ਨੇ ਸਤ ਸੰਗਤ ਜੀ। ਸ੍ਰੀ ਗੁਰ ਕੀ ਨਿਤ ਕਥਾ ਬਖਾਨੈ। ਰੋਜ਼ ਗੁਰੂ ਸਾਹਿਬ ਦੀ ਕਥਾ ਕਰਨੀ ਸ਼ੁਰੂ ਕਰ ਦਿੱਤੀ। ਦਿੱਲੀ ਦੀਆਂ ਸੰਗਤਾਂ ਨੇ ਗੁਰੂ ਕੇ ਮਹਿਲਾਂ 'ਚ ਦੋਨੋਂ ਮਾਤਾਵਾਂ ਸੁਣਦੀਆਂ ਨੇ, ਹੋਰ ਮਾਈ ਭਾਈ ਸੰਗਤ ਇਕੱਤਰ ਹੁੰਦੀ ਹੈ, ਦਸਵੇਂ ਪਾਤਸ਼ਾਹ ਦੀ ਕਥਾ ਕਰਦੇ ਹਨ। ਜਿਸ ਬਾਸਰ ਸਿਮਰਨ ਮਨ ਠਨ ਹੈ। ਰਾਤ ਦਿਨ ਮਾਤਾ ਸਾਹਿਬ ਦੇਵ ਦਾ ਸਿਮਰਨ ਕਰਦੀ ਹੈ। ਬਰਨੇ ਰਾਮ ਕੋਇਰ ਕਥ ਭਾਈ। ਇਹ ਸਤ ਸੰਗਤ ਜੀ ਕੌਣ ਕਥਾ ਵਰਣ ਕਰ ਰਿਹਾ ਹੈ? ਰਾਮ ਕੌਰ ਜੀ। ਇਹ ਕੋਈ ਇਸਤਰੀ ਨਾ ਸਮਝ ਲੈਣੀ। ਕੌਰ ਜਿਵੇਂ ਸਤ ਸੰਗਤ ਵੱਡਾ ਬਾਦਸ਼ਾਹ ਦਾ ਲੜਕਾ ਨੂੰ ਟਿੱਕਾ ਕਹਿੰਦੇ ਆ, ਛੋਟੇ ਨੂੰ ਕੌਰ ਕਹੀਦਾ ਹੈ। ਇਸੇ ਤਰ੍ਹਾਂ ਬਾਬਾ ਬੁੱਢਾ ਜੀ ਦੀ 7ਵੀਂ ਪੀੜ੍ਹੀ 'ਚ ਬਾਬਾ ਗੁਰਬਖਸ਼ ਸਿੰਘ ਜੀ ਹੋਏ, ਜਿਨ੍ਹਾਂ ਦਾ ਨਾਮ ਬਾਲਕ ਅਵਸਥਾ 'ਚੋਂ ਰਾਮ ਕੌਰ ਸੀ। ਪਿੱਛੇ ਵਰਣਨ ਆ ਚੁੱਕਿਆ ਇਹਨਾਂ ਦਾ। ਇਹ ਸਤ ਸੰਗਤ ਜੀ ਜਦੋਂ ਇਹੀ ਸਿੰਘ ਭਾਈ ਰਾਮ ਕੌਰ ਜੀ ਕੋਲੇ ਗਏ ਨੇ, ਇਹਨਾਂ ਨੇ ਬੇਨਤੀ ਕੀਤੀ ਸੀ ਕਿ ਤੁਸੀਂ ਸਾਰੀ ਕਥਾ ਅੰਤਰਜਾਮੀਓ ਪਹਿਲਾਂ ਗੁਰੂਆਂ ਦੀ ਸੁਣਾਓ, ਜਿਸ ਕਰਕੇ ਲਿਖਤ ਵਿੱਚ ਆ ਜਾਵੇ। ਅੱਗੇ ਵਾਸਤੇ ਸੰਗਤਾਂ ਕਥਾ ਪੜ੍ਹ ਸੁਣ ਕੇ ਸਿੱਖੀ ਧਾਰਨ ਕਰਿਆ ਕਰਨਗੀਆਂ। ਇਹ ਕਥਾ ਸਾਰੀ ਸਤ ਸੰਗਤ ਜੀ ਮੂੰਹ ਜਵਾਨੀ ਬ੍ਰਹਮ ਗਿਆਨੀ ਸੇ 50 ਸਾਲ ਦਸਵੇਂ ਪਾਤਸ਼ਾਹ ਤੋਂ ਬਾਅਦ ਜਿਉਂਦੇ ਰਹੇ। ਰਮਦਾਸ ਨਗਰ ਰਹਿੰਦੇ।
ਇਹਨਾਂ ਨੇ ਸਤ ਸੰਗਤ ਜੀ ਕਹੀ। ਉਹ ਕਥਾ ਜਿਹੜੀ ਲਿਖੀ ਗਈ ਭਾਈ ਸਾਹਿਬ ਸਿੰਘ ਲਿਖਾਰੀ ਨੇ ਲਿਖੀ, ਉਹਦੇ ਆਧਾਰ ਤੇ ਇਹ ਜਿਹੜੀ ਪੋਥੀਆਂ ਸਤ ਸੰਗਤ ਜੀ ਭਾਈ ਸਾਹਿਬ ਸੰਤੋਖ ਸਿੰਘ ਨੇ ਗ੍ਰੰਥ ਰਚਿਆ ਹੋਇਆ ਹੈ। ਇੱਥੇ ਸਤ ਸੰਗਤ ਜੀ ਭਾਈ ਰਾਮ ਕੌਰ ਜੀ ਫੇਰ ਬੋਲ ਰਹੇ ਨੇ, ਕੀ ਕਹਿੰਦੇ ਆ? ਮੈਂ ਨਾ ਹੋ ਤੋ ਸੰਗ ਤੇ ਸਥਾਈ। ਕੀ ਕਹਿੰਦਾ ਸੰਗਤਾਂ ਨੂੰ? ਹੇ ਗੁਰੂ ਕੇ ਸਿੰਘੋ, ਮੈਂ ਉਸ ਵੇਲੇ ਨਹੀਂ ਸੀ ਦਿੱਲੀ ਵਿੱਚ, ਜਦੋਂ ਮਹਾਰਾਜ ਜੋਤੀ ਜੋਤ ਸਮਾਏ ਉਦੋਂ ਵੀ ਮੈਂ ਨਹੀਂ ਸੀ। ਮਾਤਾ ਮੈਨੂੰ ਲੈ ਆਈ ਸੀ ਘਰ ਨੂੰ। ਜਦੋਂ ਦਿੱਲੀ ਸੰਗਤਾਂ ਵਿੱਚ ਮਾਤਾਵਾਂ ਬਹਿੰਦੀਆਂ ਸੀ ਜਾਂ ਜੋ ਦਿੱਲੀ ਦਾ ਵਰਤਾਰਾ ਸੀ, ਮੈਂ ਉਦੋਂ ਹਾਜ਼ਰ ਨਹੀਂ ਸੀ। ਰਹੀ ਜਮਾਤ ਗੁਰੂ ਬਾਲੂ ਹਸਨੇ ਘੇਰੇ ਉਦਾਸੀ। ਹਾਂ ਸੁਣ, ਤੁਹਾਨੂੰ ਪਤਾ ਕਿਵੇਂ ਲੱਗਿਆ? ਬਾਬਾ ਜੀ ਪੁੱਛਿਆ, ਕਹਿਣ ਲੱਗੇ ਬਾਲੂ ਹਸਨਾ ਸਾਧੂ ਹੋਇਆ ਸਤ ਸੰਗਤ ਜੀ ਇੱਕ, ਉਹਦੀ ਜਮਾਤ ਸਾਧੂਆਂ ਦੀ ਮੰਡਲੀ ਉੱਥੇ ਸੀ ਜੋ 10ਵੇਂ ਪਾਤਸ਼ਾਹ ਜੋਤੀ ਜੋਤ ਸਮਾਏ। ਇਸੇ ਕਰਕੇ ਸਤ ਸੰਗਤ ਜੀ ਦੱਖਣ ਦੇ ਵਿੱਚ ਉਦਾਸੀ ਸਾਧੂਆਂ ਦਾ ਬਹੁਤ ਚਿਰ ਪਹਿਰਾ ਰਿਹਾ ਹੈ, ਉਸ ਸਥਾਨ ਦੇ ਉੱਤੇ ਸੇਵਾ ਕਰਦੇ ਰਹੇ। ਇੱਧਰ ਵੀ ਅਨੰਦਪੁਰ ਸਾਹਿਬ, ਜਦੋਂ ਅਨੰਦਪੁਰ ਸਾਹਿਬ ਛੱਡਿਆ 10ਵੇਂ ਪਾਤਸ਼ਾਹ ਨੇ, ਗੁਰਬਖਸ਼ ਸਤ ਸੰਗਤ ਜੀ ਸਾਧ ਸੀ ਉਦਾਸੀ, ਉਹਨੇ ਹੀ ਗੁਰੂ ਤੇਗ ਬਹਾਦਰ ਸਾਹਿਬ ਦੀ ਸਤ ਸੰਗਤ ਜੀ ਸਥਾਨ ਦੀ ਸੇਵਾ ਸੰਭਾਲੀ ਸੀ। 10ਵੇਂ ਪਾਤਸ਼ਾਹ ਸੰਭਾਲ ਕੇ ਗਏ ਸੀ। ਇਉਂ ਸਤ ਸੰਗਤ ਜੀ ਸਾਡਾ ਅੰਗ ਨੇ। ਉਦਾਸੀ ਸਾਧੂ ਬਾਬਾ ਸ੍ਰੀ ਚੰਦ ਤੋਂ ਸਤ ਸੰਗਤ ਜੀ ਪਰ ਆਰੰਭ ਹੋਏ ਹਨ। ਜੇ ਇਹਨਾਂ ਸ਼ਾਖਾ ਦੇ ਅੰਦਰ ਕੋਈ ਸਤ ਸੰਗਤ ਜੀ ਨਵੇਂ ਪਖੰਡੀ ਸਾਧ ਰਲ ਕੇ ਬਹੁਤ ਸਾਰੀਆਂ ਨਿਊਣਤਾਈਆਂ ਉਹਨਾਂ ਨੇ ਗਲਤੀਆਂ ਕੀਤੀਆਂ, ਤਾਂ ਸਤ ਸੰਗਤ ਜੀ ਤਾਂ ਕੋਈ ਪੰਥ ਤਾਂ ਨਹੀਂ ਮਾੜਾ ਹੈ। ਇਸੇ ਤਰ੍ਹਾਂ ਆਪਾਂ ਭੈਣ ਭਾਈ ਬੈਠੇ ਆ, ਆਪਾਂ ਹੀ ਜੇ ਚੋਰ ਬਣ ਜਾਈਏ ਤਾਂ ਪੰਥ ਤਾਂ ਨਹੀਂ ਚੋਰਾਂ ਦਾ। ਇਹ ਔਗਣ ਆਪਣੇ ਚ ਇਕੱਲੇ ਇਕੱਲੇ ਚ ਹੋ ਸਕਦੇ ਨੇ, ਲੈ ਪੰਥ ਤਾਂ ਭਾਈ ਆ ਸੰਗਤ ਗੁਰੂ ਨਾਨਕ ਦੇਵ ਜੀ ਦੀ ਫੁਲਵਾੜੀ ਹੈ, ਇਹਨੂੰ ਸਾਰੀ ਨੂੰ ਤਾਂ ਕੋਈ ਚੋਰ ਨਹੀਂ ਕਰ ਸਕਦਾ ਹੈ। ਇਸੇ ਤਰ੍ਹਾਂ ਗੁਰਸਿੱਖੋ ਉਹ ਉਦਾਸੀ ਭੇਖ ਦੇ ਸਾਧੂ ਜਿਸ ਵੇਲੇ ਬਾਬਾ ਗੁਰਦਿੱਤਾ ਜੀ ਸਤ ਸੰਗਤ ਜੀ 6ਵੇਂ ਪਾਤਸ਼ਾਹ ਦੇ ਨਾਲ ਸ਼ਿਕਾਰ ਦੇ ਬਹਾਨੇ ਬਾਰਸ਼ ਨਗਰ ਗਏ ਨੇ। ਸ੍ਰੀ ਚੰਦ ਜੀ ਉੱਥੇ ਰਹਿੰਦੇ ਸੀ। ਗਏ 6ਵੇਂ ਪਾਤਸ਼ਾਹ ਨਾਲ ਤੋਂ ਉਮਰ ਦਾ ਬਹੁਤ ਫਰਕ ਸੀ। 6ਵੇਂ ਪਾਤਸ਼ਾਹ ਨੇ ਜਾ ਕੇ ਨਮਸਕਾਰ ਕੀਤੀ। ਜਿਸ ਵੇਲੇ ਬੈਠ ਗਏ, ਸ੍ਰੀ ਚੰਦ ਨੇ ਸਤਿਕਾਰ ਕੀਤਾ। ਗੁਰੂ ਕਿਉ ਸਾਹਿਬਜ਼ਾਦੇ ਕਹੇ ਨੇ? ਕਹਿੰਦੇ ਬਾਬਾ ਜੀ ਤੁਹਾਡੀ ਹੀ ਦਾਤ ਹੈ, ਸਾਡੇ ਕਿਹੜੇ ਨੇ? ਕਹਿੰਦੇ ਤੁਹਾਡੀ ਕਿਰਪਾ ਨਾਲ 5 ਸਾਹਿਬਜ਼ਾਦੇ ਨੇ। ਕਹਿੰਦੇ ਬਾਬੇ ਕਿਆਂ ਨੂੰ ਨਹੀਂ ਕੋਈ ਦੇਣਾ? ਕਿਉਂ? ਬਾਬੇ ਕਾ ਗੁਰੂ ਨਾਨਕ ਦੇਵ ਜੀ ਦੇ ਘਰ ਨੂੰ ਬਾਬੇ ਕਾ ਘਰ ਕਿਹਾ ਜਾਂਦਾ। ਬਾਬੇ ਕੇ ਬਾਬਰ ਕੇ ਦੋ ਆਪ ਕਦੇ ਪਰਮੇਸ਼ਰ ਸੋਊ, ਜੋ ਬਾਬੇ ਕੇ ਦਾਨ ਨਾ ਦੇ ਹੈ ਤਿਰ ਤੇ ਗਏ ਬਾਬਰ ਕੇ ਲੈ ਹੈ। 10ਵੇਂ ਪਾਤਸ਼ਾਹ ਨੇ ਉਚਾਰਨ ਕੀਤੀ ਬਾਣੀ। ਕਹਿੰਦੇ ਫਿਰ ਮਹਾਰਾਜ ਜੋ ਤੁਸੀਂ ਕਹੋ, ਕਹਿੰਦੇ ਫਿਰ ਬਾਬੇ ਕਿਆਂ ਨੂੰ ਦਿਓ। ਬਾਬਾ ਗੁਰਦਿੱਤਾ ਜੀ ਨਾਲ ਸੀ ਸਤ ਸੰਗਤ ਜੀ, ਜਦੇ ਹੀ ਭੇਟਾ ਕਰਤੇ ਸੀ ਸ੍ਰੀ ਚੰਦ ਦੇ ਚਰਨਾਂ 'ਚ। ਤਾਂ ਆਪਾਂ ਕਹਿੰਦੇ ਆ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਕਾਮਨਾ ਵਾਲੇ ਕਹਿੰਦੇ ਜੋ ਮੰਗਿਆ ਸੋ ਦਿੱਤਾ। ਇਹ ਬੜੀਆਂ ਤੁਕਾਂ ਜੋੜਦੇ ਹਨ। ਸੋ ਸਤ ਸੰਗਤ ਜੀ ਬਾਬਾ ਗੁਰਦਿੱਤਾ ਜੀ ਨੂੰ ਆਪਣੇ ਥਾਂ ਦੇ ਉੱਤੇ ਸਤ ਸੰਗਤ ਜੀ ਸਭ ਚਰਨ ਬਖਸ਼ੇ ਜਦੋਂ ਸ੍ਰੀ ਚੰਦ ਜੀ ਸਮਾਏ। ਉਸ ਤੋਂ ਉਪਰੰਤ ਬਾਬਾ ਗੁਰਦਿੱਤਾ ਜੀ ਦੇ ਸਤ ਸੰਗਤ ਜੀ 4 ਚੇਲੇ ਹੋਏ, ਬਾਲੂ ਹਸਨਾ, ਗੋਇੰਦ, ਅਲਮਸਤ ਤੇ ਫੂਲ। ਇਹ 2 ਖੱਤਰੀ ਸਨ, 2 ਬ੍ਰਾਹਮਣ ਸੀ ਇਹ ਭਰਾ ਆਪਸ ਵਿੱਚ ਹੀ ਕਸ਼ਮੀਰ ਵੱਲ ਦੇ ਸੀ ਸਤ ਸੰਗਤ ਜੀ। ਇਹਨਾਂ ਦੇ ਸਥਾਨ ਜਿੱਥੇ ਜਿੱਥੇ ਸਮਾਏ ਨੇ, ਫਲੌਰ ਦੇ ਨੇੜੇ ਹੈ ਇੱਕ ਬਹਾਦਰਗੜ੍ਹ, ਬਹਾਦਰਪੁਰ ਸ਼ਾਇਦ ਇੱਕ ਇੱਥੇ ਸਤ ਸੰਗਤ ਜੀ ਇਸੇ ਇਹ ਜਿਹਾ ਨਾਂ ਹੀ ਸਤ ਸੰਗਤ ਜੀ ਇੱਥੇ ਹੁਸ਼ਿਆਰਪੁਰ ਕੋਲੇ ਬੜਾ ਭਾਰੀ ਉਦਾਸੀਆਂ ਦਾ ਡੇਰਾ ਹੈ। ਇਹ ਬਾਲੂ ਹਸਨਾ ਸਤ ਸੰਗਤ ਜੀ ਦੇਹਰਾਦੂਨ ਸਮਾਇਆ ਹੈ। ਇਹ ਉੱਥੇ ਸਤ ਸੰਗਤ ਜ਼ਿੰਮੇਵਾਰੀ ਦੀ ਉੱਥੇ ਰਾਮ ਰਾਏ ਸਮਾਇਆ ਹੈ। ਇਹ ਬਾਲੂ ਹਸਨੇ ਸਾਧੂ ਦੀ ਜਮਾਤ ਸਾਧੂਆਂ ਦੀ ਦੱਖਣ 'ਚ 10ਵੇਂ ਪਾਤਸ਼ਾਹ ਦੇ ਕੋਲੇ ਪਹੁੰਚੀ ਹੋਈ ਸੀ ਵਿਚਰਦੀ। ਕਿਉਂ? ਅੱਗੇ ਇਹ ਸਾਧੂਆਂ ਦੀਆਂ ਜਮਾਤਾਂ ਗੁਰਸਿੱਖੀ ਦਾ ਪ੍ਰਚਾਰ ਕਰਿਆ ਕਰਦੀਆਂ। ਹੁਣ ਤਾਂ ਅਸੀਂ ਤਨਖਾਹੀਏ ਬਣ ਗਏ, ਤਨਖਾਹਾਂ ਲੈ ਲੈ ਕੇ ਅਸੀਂ ਫਲਾਣੇ ਤੋਂ ਚੱਲੇ ਹਾਂ ਜੀ ਪ੍ਰਚਾਰ ਕਰਨ। ਕਾਗਜ਼ੀ ਕਾਰਵਾਈ ਕਰਤੀ, ਨਾ ਆਪ ਅੰਮ੍ਰਿਤ ਦੀ ਰਹਿਤ ਬਹਿਤ ਰੱਖਣੀ, ਨਾ ਗਾਹਾਂ ਲਿਆ ਨੂੰ ਕਹਿਣਾ। ਆ ਕੇ ਦਫ਼ਤਰ 'ਚ ਹਾਜ਼ਰੀ ਲਿਖਾ ਦੇਣੀ, ਅੰਮ੍ਰਿਤਸਰ ਅਸੀਂ ਫਲਾਣੇ ਇਲਾਕੇ 'ਚ ਇੰਨਿਆਂ ਨੂੰ ਅੰਮ੍ਰਿਤ ਛਕਾਏ। ਆਹ ਕੁਛ ਹੋਇਆ। ਤੁਸੀਂ ਅੱਖੀ ਦੇਖਦੇ ਹੋ ਪ੍ਰਚਾਰ ਤਾਂ ਭਾਈ ਸਿੱਖੀ ਦਾ ਘਟਦੀ ਜਾਂਦੀ ਆ। ਸੋ ਅੱਗੇ ਸਾਧੂ ਸਤ ਸੰਗਤ ਵਿਚਰ ਕੇ ਨਿਸਕਾਮ ਹੋ ਕੇ ਗੁਰਮਤਿ ਦਾ ਪ੍ਰਚਾਰ ਕਰਿਆ ਕਰਦੇ। ਇਹ ਭਾਈ ਰਾਮ ਕੌਰ ਜੀ ਕਹਿ ਰਹੇ ਨੇ, ਖਾਲਸਾ ਜੀ ਸਾਨੂੰ ਉੱਥੋਂ ਆਇਆ ਜਿਸ ਵੇਲੇ ਦੱਖਣ ਦੇ ਵਿੱਚੋਂ ਸਾਧੂਆਂ ਦੀ ਮੰਡਲੀ ਦੇ ਸਮੇਤ ਅਲਮਸਤ ਇਹ ਬਾਲੂ ਹਸਨਾ, ਉਹਦੇ ਕੋਲ ਅਸੀਂ ਪੁੱਛਿਆ। ਇੱਕ ਵੇਰ ਨਹੀਂ ਪੁੱਛਿਆ,
ਅੱਗੇ ਦੱਸਦੇ ਹਨ। ਬਾਲੂ ਹਸਨੇ ਘੇਰੇ ਉਦਾਸੀ ਇਹ ਜਿਹੜੇ ਉਦਾਸੀਆਂ ਦੀ ਸੰਪਰਦਾ ਚੋਂ ਬਾਲੂ ਹਸਨਾ ਰਹੀ ਸੀ, ਜਮਾਤ ਗੁਰੂ ਕੇ ਪਾਸੇ ਇਹਦੀ ਸਾਧੂਆਂ ਦੀ ਜਮਾਤ 10ਵੇਂ ਪਾਤਸ਼ਾਹ ਦੇ ਕੋਲੇ ਰਹੀ। ਸਪਰ ਸੰਕੋ ਤਿਨੂ ਨਿਹਾਰਾ ਜੋਤੀ ਜੋ ਸਮਾਉਣ ਦਾ ਸਾਰਾ ਪ੍ਰਸੰਗ ਉਹਨਾਂ ਤੋਂ ਸੁਣਿਆ, ਉਹਨਾਂ ਨੇ ਅੱਖੀਂ ਦੇਖਿਆ। ਪੰਜ ਬਾਰ ਮੁਝ ਸੰਗ ਉਚਾਰਾ ਬਾਲੂ ਹਸਨ ਤੋਂ ਮੈਂ 5 ਵੇਰੀ, ਇੱਕ ਵੇਰੀ ਨਹੀਂ 5 ਵੇਰੀ ਚੰਗੀ ਤਰ੍ਹਾਂ ਸੁਣਿਆ ਵੀ ਮਹਾਰਾਜ ਨੇ ਕਿਵੇਂ ਉੱਥੇ ਕੀਤਾ। ਜਬ ਸੋ ਮਿਲ ਧਿਆਨ ਕਰ ਪਾਸੀ ਜਦੋਂ ਵੀ ਕਿਤੇ ਮੰਡਲੀ ਲੈ ਕੇ ਸਾਡੇ ਕੋਲ ਆਉਂਦਾ ਰਮਦਾਸ ਨਗਰ ਬਾਲੂ ਹਸਨ, ਅਸੀਂ ਇਹੀ ਪ੍ਰਸੰਗ ਘੜੀ ਘੜੀ ਪੁੱਛਦੇ ਵੀ 10ਵੇਂ ਪਾਤਸ਼ਾਹ ਜਿਵੇਂ ਜੋਤੀ ਜੋਤ ਸਮਾਏ ਨੇ ਉਹ ਸਾਨੂੰ ਫੇਰ ਸੁਣਾਓ। ਮੈਂ ਬੂਝਤ ਸੋ ਕਰਤ ਪ੍ਰਕਾਸ਼ੀ ਜਦੋਂ ਮੈਂ ਪੁੱਛਦਾ ਸੀ ਬਾਬਾ ਰਾਮ ਕੌਰ ਜੀ ਕਹਿੰਦੇ ਜਦੋਂ ਹੀ ਉਹ ਦੱਸਦੇ ਸਨ। ਚਲ ਨਗਰ ਗੁਰੂ ਕੇ ਪਾਸ਼ੇ ਗੁਰੂ ਸਾਹਿਬ ਤੋਂ ਬਾਅਦ 10ਵੇਂ ਪਾਤਸ਼ਾਹ ਤੋਂ ਬਾਅਦ ਹਜੂਰ ਸਾਹਿਬ ਦਿਨ ਕੇਤ ਕਰਹਿ ਚਲ ਬੋ ਬਾਸ਼ੇ ਇਹ ਕਿਤਨੇ ਕੁ ਦਿਨ ਸਾਧੂਆਂ ਦੀ ਮੰਡਲੀ ਰਹੀ, ਫੇਰ ਆਏ ਨੇ ਪੰਜਾਬ ਨੂੰ। ਸੋ ਆਏ ਇਸ ਦੇਸ਼ ਮਝਾਰੀ ਉਹ ਜਦੋਂ ਸਾਧੂ ਇੱਥੇ ਦੇਸ਼ ਵਿੱਚ ਪੰਜਾਬ ਚ ਆਏ, ਮਦਨ ਕੀਤੀ ਬਾਤ ਉਚਾਰੀ ਮਾਤਨ ਕੀ ਵੀ ਬਾਤ ਉਚਾਰੀ ਉਹ ਦਿੱਲੀ ਦੇ ਵਿੱਚ ਦੀ ਹੋ ਕੇ ਆਏ। ਮਾਤਾਵਾਂ ਬਾਰੇ ਵੀ ਉਹਨਾਂ ਨੇ ਸਾਨੂੰ ਦੱਸਿਆ ਸੀ ਸਾਧੂਆਂ ਨੇ ਸਾਹਿਬ ਦੇਵੀ ਹਿਤ ਮਨ ਭਾਵਨ ਕਿ ਇਸ ਵੇਲੇ ਮਾਤਾ ਸਾਹਿਬ ਦੇਵਾਂ ਦੀ ਹੈ, ਉਹ ਸਰੀਰ ਛੱਡ ਦੇਣਗੇ, ਨਹੀਂ ਰਹਿਣਗੇ। ਕਿਉਂ? ਉਹਨਾਂ ਨੇ ਜਪ ਤਪ ਕਰਨਾ ਸ਼ੁਰੂ ਕਰ ਦਿੱਤਾ ਹੈ, ਵਿਛੋੜਾ ਨਹੀਂ ਸਹਾਰ ਸਕਦੇ। ਮਨ ਪਿੰਜਰ ਸਮ ਕੀਨ ਸੁਕਾਵਨ ਸਰੀਰ ਉਹਨਾਂ ਦਾ ਪਿੰਜਰਾ ਬਣ ਚੁੱਕਿਆ ਹੈ। ਸਥਾਪਤ ਕਰਤ ਦੁਖਿਆਰੀ ਬਹੁਤ ਵਿਛੋੜੇ ਦਾ ਦੁੱਖ ਬਣ ਕੇ ਦੁਖੀ ਹੋ ਰਹੀ ਹੈ। ਕਿਉ ਨਾ ਪ੍ਰਭੂ ਕੇ ਸੰਗ ਸਦਾਰੀ ਮੈਂ ਕਿਉਂ ਨਾ ਮਾਂ ਨਾਲ ਹੀ ਚਲੀ ਗਈ ਸੱਚੇ ਪਾਤਸ਼ਾਹ ਦੇ। ਅਲਪ ਭਾਗ ਮੈਂ ਰਹੀ ਅਕੇਲੀ ਮੈਂ ਹਰ ਮਾੜੇ ਭਾਗਾਂ ਵਾਲੀਆਂ ਮਗਰੋਂ ਕੱਲੀ ਰਹਿ ਗਈ। ਸ੍ਰੀ ਪ੍ਰਭ ਤੇ ਸਦਾ ਦਹੇਲੀ ਮੈਂ ਵਿਛੜ ਕੇ ਸਦਾ ਦੁੱਖ ਭੋਗ ਰਹੀ ਹਾਂ। ਚਰਨ ਚਿਖਾ ਪਤ ਜੋਤਿਕ ਬਾਰੀ ਸਤੀ ਹੋਣ ਦਾ ਰਿਵਾਜ ਸੀ ਪਹਿਲੇ ਸਮੇਂ। ਸਤ ਸੰਗਤ ਜੀ, ਸਤੀ ਹੋਣਾ ਸਖਾਲਾ ਹੈ, ਲੇਕਿਨ ਸਤ ਸੰਗਤ ਜੀ ਸਤੀਆਂ ਇਹ ਨਾ ਆਖੀਆਂ ਜੋ ਮੜਿਆ ਲੱਗ ਜਲਨ, ਸਤੀਆਂ ਸੇਈ ਨਾਨਕਾ ਜੇ ਬਿਰਹਿ ਚੋਟ ਮਰਾ। ਵਿਛੋਰੇ ਦੀ ਸੱਟ ਸਤ ਸੰਗਤ ਜੀ ਅੱਗ 'ਚ ਸੜਨ ਨਾਲੋਂ ਝੱਲਣੀ ਬਹੁਤ ਹੀ ਔਖੀ ਹੈ। ਤਦੇ ਸਤੀ ਹੋ ਜਾਂਦੀਆਂ ਸੀ ਵੀ ਚਲੋ ਅੱਧਾ ਘੰਟਾ ਹੈ, ਨਿਬੜ ਜੂ ਨਵੇੜ ਜੂ ਕੰਮ। ਲੇਕਿਨ ਸਤ ਸੰਗਤ ਜੀ ਜਿਹੜੀ ਵਿਛੋੜੇ ਦੀ ਵਿਰਹੋ ਦੀ ਸੱਟ ਉਤਾਰਨੀ ਹੈ ਨਿਤ ਉਹ ਬੜੀ ਔਖੀ ਹੈ। ਤਦੇ ਮਹਾਰਾਜ ਨੇ ਕਿਹਾ ਭਾਈ ਸਤੀ ਉਹੀ ਹੈ, ਨੌ ਸੁਣਦੇ ਸਾਰੀ ਸਤ ਸੰਗਤ ਜੀ ਇੱਕਦਮ ਸਰੀਰ ਸਮਾਪਤ ਕਰ ਦੇਵੇ, ਹੋ ਕੇ ਨਾਲ ਹੀ ਸਰੀਰ ਹੋ ਜਾਵੇ, ਉਹ ਤਾਂ ਹੈ ਅਸਲੀ ਸਤੀ। ਜੇ ਮੱਲੋ ਮੱਲੀ ਚੱਕ ਕੇ ਸਿੱਟ ਦਿੱਤੀ ਹੈ ਚਿਖਾ ਦੇ ਅੰਦਰ, ਇਹ ਮਨਮਤ ਹੈ। ਸੋ ਆਪ ਜੀ ਨੇ ਅਕਬਰ ਦੇ ਸਮੇਂ ਗੁਰੂ ਅਮਰਦਾਸ ਜੀ ਨੇ ਸਤ ਸੰਗਤ ਜੀ ਬਾਦਸ਼ਾਹ ਅਕਬਰ ਨੂੰ ਹੁਕਮ ਦੇ ਕੇ ਇਹ ਸਤੀਆਂ ਹੋਣੀਆਂ ਹਟਾਈਆਂ ਸਨ। ਸੋ ਮਾਤਾ ਜੀ ਸੋਚਦੀ ਹੈ, ਆਪ ਜੀ 10ਵੇਂ ਪਾਤਸ਼ਾਹ ਨੇ ਇਸੇ ਕਰਕੇ ਭੇਜੇ ਸੀ ਦਿੱਲੀ ਨੂੰ ਕਿ ਕਿਤੇ ਐ ਨਾ ਹੋ ਜਾਵੇ, ਸਿੰਘਾਂ ਨੇ ਤਾਂ ਰੋਕਣਾ ਨਹੀਂ ਹੈ, ਕਿਤੇ ਸਾਹਿਬ ਦੇਵਾ ਸਾਡੇ ਚਿਖਾ ਦੇ ਵਿੱਚ ਛਾਲ ਨਾ ਮਾਰ ਦੇਵੇ। ਪਹਿਲਾਂ ਹੀ ਦਿੱਲੀ ਭੇਜ ਦਿੱਤਾ ਸੀ ਮਾਤਾ ਸੁੰਦਰੀ ਜੀ ਕੋਲੇ। ਹੁਣ ਸੋਚਦੀ ਹੈ ਕਿ ਜੇ ਮੈਂ ਨਾਲ ਸਤੀ ਹੋ ਜਾਂਦੀ ਚੰਗਾ ਸੀ। ਪਤ ਬਿਨ ਇਸ ਦਿਨ ਹਵੈ ਦੁਖਿਆਰੀ ਬਹੁਤ ਦੁਖੀ ਹੋ ਰਹੀ ਆ ਵਿਛੋੜੇ 'ਚ। ਇਸ ਬਿਦ ਕੇਤਕ ਸਮਾਂ ਬਿਤਾਵਾ ਇਉਂ ਕਿਤਨਾ ਸਮਾਂ ਬਤੀਤ ਕੀਤਾ ਖਾਲਸਾ ਜੀ ਮਾਤਾ ਜੀ ਨੇ। ਹੁਣ ਦਿਨ ਅੰਤ ਆਏ ਨਿਆਰਾਵਾ ਜਬ ਤਬ ਕਰਦੇ ਆ ਸਤ ਸੰਗਤ ਸਮਾਂ ਬਤੀਤ ਹੋ ਗਿਆ। ਜਦ ਨੂੰ ਪਰਾਰਬਧ ਸਮਾਪਤ ਹੋ ਗਈ ਸਰੀਰ ਦੀ। ਚਿਤ ਇਕਾਦਸ਼ੀ ਮਹਿ ਤਜ ਪ੍ਰਾਨ ਇਕਾਦਸ਼ੀ ਦੀ ਥਿਤ ਸੀ ਸਤ ਸੰਗਤ ਮਾਤਾ ਜੀ ਸੱਚਖੰਡ ਗਮਨ ਕਰ ਗਏ, ਪਰਲੋਕ ਚਲੇ ਗਏ, ਸਰੀਰ ਤਿਆਗ ਦਿੱਤਾ। ਸਤ ਸੰਗਤ ਜੀ ਮਾਤਾ ਜੀ ਨੇ ਦਿੱਲੀ ਵੇਖੇ ਪਹੁੰਚੀ ਪਤ ਢੇਗ ਠਾਨਤ ਧਿਆਨ ਕਿਹਦਾ ਸੀ ਸਤ ਸੰਗਤ ਜੀ, ਜਿਤ ਲਾਗੋ ਮਨ ਬਾਸਨਾ ਤਸਾਈ ਪ੍ਰਗਟਾਨੀ। ਜਾਣਾ ਕਿੱਥੇ ਸੀ ਸਤ ਸੰਗਤ ਜੀ, ਅੰਤਕਾਰ ਜਿੱਥੇ ਬਿਰਤੀ ਹੁੰਦੀ ਹੈ ਉਹੀ ਜੀ ਜੋਨੀ ਪ੍ਰਾਪਤ ਹੁੰਦੀ ਹੈ। ਵਾਸ਼ਨਾ ਅਨੁਸਾਰ ਸਾਰੇ ਲੋਕ ਤੁਰੇ ਫਿਰਦੇ ਹਨ। ਅੰਤਕਾਰ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਮਰੈ, ਸੂਕਰ ਜੌਨ ਬਲ ਬਲ ਉਤਰੈ। ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੌਨ ਬਲ ਬਲ ਉਤਰੈ। ਇਸ ਤਰ੍ਹਾਂ ਜੂਨਾਂ ਦੀ ਸਤ ਸੰਗਤ ਵਾਸ਼ਨਾ ਅਨੁਸਾਰ ਪ੍ਰਾਪਤੀ ਹੁੰਦੀ। ਲੇਕਿਨ ਮਾਤਾ ਜੀ ਦਾ ਧਿਆਨ ਤਾਂ 10ਵੇਂ ਪਾਤਸ਼ਾਹ ਵਿੱਚ ਸੀ, ਇਸ ਕਰਕੇ ਮਹਾਰਾਜ ਦੇ ਪਾਸ ਪਹੁੰਚ ਗਈ। ਸ੍ਰੀ ਹਰਿ ਕ੍ਰਿਸ਼ਨ ਦੇਹਰੇ ਪਾਸ ਇਸ ਸਰੀਰ ਦਾ ਸਤ ਸੰਗਤ ਸੰਸਕਾਰ ਹੈ ਜਿਹੜਾ, ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਸੰਸਕਾਰ ਕੀਤਾ ਸੀ ਦੇਹ ਦਾ, ਇੱਧਰ ਬਾਲਾ ਸਾਹਿਬ ਉੱਥੇ ਸਤ ਸੰਗਤ ਜੀ ਮਾਤਾ ਜੀ ਦਾ ਵੀ ਸਥਾਨ ਹੈ। ਸੰਸਕਾਰੀ ਹੋਏ ਗਨਦਾਸ ਸਾਰੀਆਂ ਸਿੱਖ ਸੰਗਤਾਂ ਇਕੱਠੇ ਹੋ ਕਰਕੇ ਮਾਤਾ ਜੀ ਦਾ ਸਤ ਸੰਗਤ ਵਿਵਾਨ ਬਣਾ ਕੇ
ਉੱਥੇ ਜਾ ਕੇ ਸੰਸਕਾਰ ਕੀਤਾ। ਈਸ਼ੈ ਮਾਤ ਸੁੰਦਰੀ ਰਹੀ, ਮਗਰ ਮਾਤਾ ਸੁੰਦਰੀ ਜੀ ਇਕੱਲੇ ਰਹਿ ਗਏ। ਕਾਲ ਲਗ ਬੈ ਨਿਰਵਹੀ। ਇਹ ਸੱਤ ਸੰਗ ਜੀ ਤਕਰੀਬਨ 1 ਘੱਟ 40 ਸਾਲ ਜਿਉਂਦੇ ਰਹੇ ਮਾਤਾ ਸੁੰਦਰੀ ਜੀ। ਕਿਉਂ? ਇਹਨਾਂ ਨੇ ਆਪਣੇ ਪਰਚਾਵੇ ਵਾਸਤੇ ਇੱਕ ਪਾਲਕ ਅਜੀਤ ਸਿੰਘ ਰੱਖਿਆ ਹੋਇਆ ਸੀ। 10ਵੇਂ ਪਾਤਸ਼ਾਹ ਨੇ ਬਥੇਰਾ ਕਿਹਾ ਤੂੰ ਵੀ ਸਿਮਰਨ ਭਜਨ ਕਰਿਆ ਕਰ, ਮੋਹ ਨਾ ਕਰ। ਕਹਿੰਦੀ ਨਾ ਜੀ, ਮੇਰਾ ਵੀ ਇਹ ਮੇਰਾ ਅਜੀਤ ਸਿੰਘ ਹੀ ਹੈ। ਕਹਿੰਦੇ ਅਜੀਤ ਸਿੰਘ ਤਾਂ ਅਜੀਤ ਸਿੰਘ ਹੀ ਸੀ, ਇਹ ਅਜੀਤ ਸਿੰਘ ਤਾਂ ਨਹੀਂ ਬਣਨਾ, ਤੂੰ ਮੋਹ ਨਾ ਕਰ, ਤੈਨੂੰ ਦੁੱਖ ਦੇਵੇਗਾ। ਅੰਤ ਨੂੰ ਮਹਾਰਾਜ ਦੇ ਬਚਨ ਸਫਲੇ ਹੋਏ, ਬੜਾ ਭਾਰੀ ਦੁੱਖ ਦਿੱਤਾ। ਅੱਗੇ ਉਹਦੀ ਵੀ ਕਥਾ ਆਵੇਗੀ। ਸਤ ਸੰਗ ਜੀ ਅਜੀਤ ਸਿੰਘ ਮਾਤਾ ਨੇ ਵਿਆਹ ਲੈਣਾ, ਉਸ ਤੋਂ ਬਾਅਦ ਸਤ ਸੰਗ ਜੀ ਨੇ ਗੁਰੂ ਕਾ ਪੁੱਤਰ ਸਦਾਉਣਾ। ਖਾਲਸੇ ਦੀ ਜਿੰਨੀ ਮਾਇਆ ਮਾਤਾ ਕੋਲੇ ਜਾਂਦੀ ਸੀ ਇਹ ਸਾਂਭਦਾ ਸੀ। 500 ਘੋੜ ਸਵਾਰ ਫੌਜੀ ਰੱਖ ਲੈਣਾ ਇਹਨੇ। ਬਹੁਤ ਕੁਝ ਕੀਤਾ ਸਤ ਸੰਗਤ ਜੀ ਇਹ ਪਾਲਕ ਪੁੱਤਰ ਨੇ, ਲੇਕਿਨ ਮਾਤਾ ਨੂੰ ਦੁੱਖ ਦਿੱਤਾ। ਸਤ ਸੰਗਤ ਜੀ ਜਦੋਂ ਸਜ਼ਾ ਦੇਣੀ ਚਾਹੀ ਬਾਦਸ਼ਾਹ ਨੇ, ਇਹਨੇ ਸਤ ਸੰਗਤ ਜੂੜਾ ਕੱਟ ਕੇ ਥਾਲ 'ਚ ਰੱਖ ਕੇ ਭੇਜ ਦਿੱਤਾ। ਮਾਤਾ ਕਹਿਣ ਸਿਰ 'ਚ ਮਾਰ ਕੇ ਹੱਥ, ਕਹਿੰਦੀ ਅੱਜ ਮੇਰਾ ਅਜੀਤ ਸਿੰਘ ਹੁੰਦਾ ਆਹ ਕਰਤੂਤ ਕਰਦਾ, ਜਾਂ ਮੇਰੇ ਪਤੀ ਦਾ ਬਚਨ ਦੁੱਖ ਭਾਉ ਗਏਗੀ, ਮੈਂ ਆਪਣਾ ਕਰਮ ਭੋਗਣਾ ਹੀ ਹੈ। ਇਉਂ ਸਤ ਸੰਗਤ ਨੂੰ ਫਟਕਾਰ ਦਿੱਤਾ ਸੀ। ਮਾਤਾ ਜੀ ਸਤ ਸੰਗਤ ਜੀ ਤਕਰੀਬਨ 39 ਸਾਲ 10ਵੇਂ ਪਾਤਸ਼ਾਹ ਤੋਂ ਬਾਅਦ 1804 ਬਿਕਰਮੀ ਚ ਸਮਾਏ ਹਨ। ਇਸ ਕੀ ਕਥਾ ਕਹੋ ਪੁਨ ਕੇਤਕ। ਇਹ ਅਜੀਤ ਸਿੰਘ ਦੀ ਕਥਾ ਫੇਰ ਕਹਾਂਗੇ। ਭਾਈ ਸਾਹਿਬ ਕਹਿੰਦੇ ਸੁਨ ਸ਼ਰੋਤਾ ਬੰਦੇ ਕੀ ਜੇਤਕ। ਕਿਉਂ ਭਾਈ, ਜਿਵੇਂ ਬੰਦੇ ਦੀ ਕਥਾ ਆ ਰਹੀ ਆ ਉਹ ਸੁਣੋ। ਕਿਉਂ ਦਿਸ਼ਤੇ ਲਸ਼ਕਰ ਘਿਰਿਆ ਏ। ਉਧਰ ਸਤਿ ਦੀ ਸ਼ਕਤੀ ਚੱਕੀ ਗਈ, ਲੰਗੋਟ ਬੰਦ ਨਾ ਰਿਹਾ। ਇਹ ਗੁਰੂ ਸਾਹਿਬ ਦੇ ਸਤਿ ਦੀ ਤੀਰਾਂ ਵਿੱਚ ਸ਼ਕਤੀ ਨਿਕਲ ਗਈ। ਨਾਲ ਹੀ ਇਹਨੇ ਖਾਲਸੇ ਤੋਂ ਬੇਮੁਖ ਹੋਣਾ ਕੀਤਾ। ਫਿਰ ਜਿੱਥੇ ਵੀ ਕਿਤੇ ਜੰਗ ਪੈਂਦਾ ਨੱਠਣ ਲੱਗ ਗਿਆ। ਲੜਹਿ ਬਹੁਤ ਨਾ ਪਾਏ ਜਮਾਏ। ਲੜਦਾ ਬਹੁਤ ਹੈ, ਤੁਰਕ ਚੜ ਕੇ ਜਾਂਦੇ ਨੇ, ਪਰ ਇਹਦੇ ਪੈਰ ਨਹੀਂ ਅਟਕਦੇ, ਨੱਠ ਜਾਂਦਾ। ਦੇਸ਼ ਨਗਰ ਗਨ ਜੇ ਅਪਨਾਏ। ਜਿੱਥੇ ਕਿੱਥੇ ਜਿਹਨੇ ਨੇ ਇਲਾਕਾ ਆਪਣੇ ਕਬਜ਼ੇ ਕੀਤਾ ਹੋਇਆ ਸੀ ਬੰਦੇ ਬਹਾਦਰ ਨੇ, ਜਿਨ ਕੋ ਬੰਦਾ ਰਾਜ ਕਮਾਏ। ਉਸ ਇਲਾਕੇ ਦਾ ਰਾਜ ਕਰਦਾ ਸੀ। ਉੱਥੋਂ ਹਾਲਾ ਵਗੈਰਾ ਪੈਸੇ ਆਉਂਦੇ ਸੀ, ਟੈਕਸ ਇਸ ਨੂੰ। ਕਿਤਕ ਪੰਥ ਵੀ ਆਪਣੇ ਚਲਾਇਓ। ਕਿਤਨਾ ਕਿਨੇ ਬਨਈਆਂ ਦਾ ਪੰਥ ਵੀ ਵੱਖਰਾ ਤੋਰ ਲਿਆ ਆਪਣੇ ਖਾਲਸੇ ਨਾਲੋਂ। ਉਪਦੇਸ਼ਿਤ ਭਾਨ ਅਰ ਸਮਦਾਇਓ। ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਵੀ ਦਿੰਦਾ ਰਿਹਾ ਬੰਦਾ ਬਹਾਦਰ। ਮਿਲੇ ਫਤਿਹ ਦਰਸ਼ਨ ਕੋ ਕਹੈ। ਪਰ ਇੰਨਾ ਫਰਕ ਪਾ ਦਿੱਤਾ ਫਤਿਹ 'ਚ। ਦਰਸ਼ਨ ਜੀ ਕਾ ਖਾਲਸਾ, ਦਰਸ਼ਨ ਜੀ ਕੀ ਫਤਿਹ। ਇਹ ਬੰਦਈ ਇਉਂ ਬੁਲਾਇਆ ਕਰਦੇ ਬੰਦੇ ਨੂੰ। ਆਪਾਂ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਉਂ ਫਤਿਹ ਬਦਲ ਲਈ ਇਸਨੇ। ਆਪਸ ਵਿਖੇ ਭਾਉ ਨਿਰਭੈ। ਆਪਸ ਵਿੱਚ ਇਹ ਬੰਦਈ ਪ੍ਰੇਮ ਨਿਭਾਉਂਦੇ ਸੀ। ਗੁਰਗ੍ਰਾਮਨ ਕੇ ਨਰ ਚੱਲਿਆ ਵੈ। ਵੱਡੇ ਛੋਟੇ ਪਿੰਡਾਂ ਦੇ ਲੋਕ ਭੋਲੇ ਭਾਲੇ ਦੇ ਕੋਲੇ ਆਉਂਦੇ। ਸਿੱਖ ਬੰਦੇ ਕੇ ਹੋਏ ਰਖਾਵੈ। ਬੜੇ ਖੁਸ਼ ਹੁੰਦੇ ਸਿੱਖੀ ਧਾਰ ਕੇ ਬੰਦਈਆਂ ਦੀ। ਆਪਣੀ ਰਹਿਤ ਕਹਿਤ ਉਪਦੇਸ਼ ਹੈ। ਇਹ ਵੈਸ਼ਨੂ ਸਤ ਸੰਗਤ ਜੀ ਸਾਰਿਆਂ ਨੂੰ ਬਣਾਉਂਦਾ, ਰਹਿਤ ਪਹਿਤ ਉਪਦੇਸ਼ ਦਿੰਦਾ। ਪਦ ਪਹਲ ਕੋ ਦੇਤ ਹਮੇਸ਼ਾ। ਜਿਹੜੇ ਸਹਿਜ ਧਾਰੀ ਹੁੰਦੇ ਉਹਨਾਂ ਨੂੰ ਚਰਨ ਘੋਲ ਦੇ ਦੇਣੀਆਂ ਨੇ। ਜਿਹੜੇ ਖੰਡੇ ਦੇ ਅਮਰ ਧਾਰ ਦੀ ਇੱਛਾ ਰੱਖਦੇ ਉਹਨਾਂ ਨੂੰ ਦੂਜਾ ਅੰਮ੍ਰਿਤ ਛਕਾ ਲੈਣਾ। ਦੋਨੋਂ ਪਰਥ ਹੀ ਤੋੜ ਦਿੱਤੀਆਂ ਇਸਨੇ। ਬੰਦ ਕੈ ਸਿੱਖ ਅਕੋਰਨ ਲਿਆਵੈ। ਜਿਹੜੇ ਇਹਦੇ ਸੇਵਕ ਬਣ ਜਾਂਦੇ ਇਹਨੂੰ ਭੇਟਾ ਲਿਆਉਂਦੇ। ਭਾਂਤ ਭਾਂਤ ਕੀ ਉਸਤਤ ਗਾਵੈ। ਤਰ੍ਹਾਂ ਤਰ੍ਹਾਂ ਦੀ ਬੰਦੇ ਦੀ ਉਸਤਤੀ ਕਰਦੇ। ਸਿੰਘਨ ਸੰਗ ਸਪਰਦਾ ਨਾ ਠਾਨੇ। ਇਹਦੇ ਗੁਰੂ ਖਾਲਸਾ ਜਾਂ ਤਤ ਖਾਲਸੀ ਇਹਦੇ ਨਾਲ ਈਰਖਾ ਲਾਗੇ ਕਰਨ। ਬੰਦੇ ਕੋ ਮਤ ਕੋ ਸਭ ਜਾਣੈ। ਸਾਰੇ ਸਤ ਸੰਗ ਜੀ ਬੰਦੇ ਦੀ ਸਿੱਖਿਆ ਧਾਰਨ ਲੱਗੇ ਲੋਕ। ਕਿਤਕ ਗ੍ਰਾਮ ਕੇ ਨਰ ਸਿੱਖ ਹੋਏ। ਕਿੰਨਿਆਂ ਪਿੰਡਾਂ ਦੇ ਸਤ ਸੰਗ ਜੀ ਲੋਕ ਬੰਦੇ ਦੀ ਸਿੱਖੀ ਧਾਰਨ ਲੱਗੇ, ਬੰਦਈ ਸਦਾਉਣ ਲੱਗੇ। ਦਰਸ਼ਨ ਫਤਿਹ ਬੁਲਾਵਹਿ ਸੋਏ। ਦਰਸ਼ਨ ਦੀ ਜਿੱਥੇ ਕਿਤੇ ਆਪਸ ਵਿੱਚ ਹੀ ਦਰਸ਼ਨ ਦੀ ਫਤਿਹ ਬੁਲਾਉਂਦੇ ਨੇ। ਪਾਤਸ਼ਾਹੀ ਲਸ਼ਕਰ ਸਮੁਦਾਏ। ਪਾਤਸ਼ਾਹ ਦੀ ਜਿਹੜੀ ਫੌਜ ਸੀ ਸਤ ਸੰਗ ਜੀ ਚੜ ਕੇ ਆਉਂਦੀ। ਲਾਖੋਂ ਇਹ ਤੁਤ ਤੇ ਘਿਰਿਆ ਏ। ਚਾਰ ਛਪੇਰੋਂ ਇਕੱਠੀ ਹੋ ਕੇ ਸਤ ਸੰਗ ਜੀ ਲੱਖਾਂ ਦੀ ਗਿਣਤੀ 'ਚ ਬੰਦੇ ਨੂੰ ਘੇਰਾ ਪਾ ਲਿਆ। ਬ੍ਰਹਮਚਰਜ ਜਿਸ ਭਇਓ ਬਨਾਸ਼ੇ। ਇਹ ਸਤ ਸੰਗ ਜੀ ਬ੍ਰਹਮਚਾਰੀ ਨਾ ਰਿਹਾ। ਮਹਾਰਾਜ ਨੇ ਕਿਹਾ ਸੀ ਜਤੀ ਰਹੀ, ਬ੍ਰਹਮਚਾਰੀ ਰਹੀ, ਤੇਰੇ ਵਿੱਚ ਸਾਰੀਆਂ ਬਰਕਤਾਂ ਹੋਣਗੀਆਂ। ਇਹ ਲੰਗੋਟ ਢਿੱਲਾ ਕਰ ਲਿਆ ਇਸਨੇ। ਰਣ ਮਹਿ ਰਹਤੇ ਕਿਤ ਪ੍ਰਵਾਸੇ। ਕਿਹਦੇ ਆਸਰੇ ਸਤ ਸੰਗਤ ਜੀ ਰਹਿੰਦਾ ਜਦੋਂ ਜੱਤ ਸਾਥੀ ਨਹੀਂ ਰੱਖਿਆ, ਬਲ ਨਹੀਂ ਰਿਹਾ ਇਹਦੇ 'ਚ। ਸੋਨਾ ਗਦੇ ਕੁਠਾਲੀ ਜੈਸੇ। ਮਹਾਰਾਜ ਨੇ ਬਚਨ ਕਹੇ ਸੀ ਬੰਦੇ ਨੂੰ, ਜੇ ਤੂੰ ਜੱਤ ਸਤ ਨਾ ਰੱਖਿਆ ਨਾ, ਜਿਵੇਂ ਕੁਠਾਲੀ 'ਚ ਪਿਆ ਸੋਨਾ ਗਲ ਜਾਂਦਾ, ਢਲ ਜਾਂਦਾ।
ਐ ਤੇਰੇ ਅੰਦਰ ਸੱਤਾ ਨਹੀਂ ਰਹੇਗੀ। ਖੁੱਲੇ ਲਗੋਟ ਗਲੇ ਗੋ ਤੈਸੇ ਜੇ ਤੂੰ ਲੰਗੋਟ ਦਾ ਢਿੱਲਾ ਹੋ ਗਿਆ ਤੂੰ ਗਲ ਜਾਵੇਂਗਾ ਬੰਦਿਆ। ਸੋ ਗੁਰ ਬਚਨ ਹੋਏ ਚਾਹੇ ਤਬੈ ਉਹ ਗੁਰੂ ਸਾਹਿਬ ਦੇ ਬਚਨ ਸਫਲੇ ਹੋ ਗਏ। ਤੇਰੇ ਲਸ਼ਕਰ ਉਮੜੇ ਸਬੈ ਜਿੰਨੀ ਤੁਰਕਾਂ ਦੀ ਫੌਜ ਝੁੱਕ ਕੇ ਆਈ ਇਹਨੂੰ ਘੇਰਾ ਕੱਤ ਕੇ ਨਾਰਣ ਕਰਿਓ ਪਲਾਇਨ ਭਇਓ ਇਹਨੇ ਜੰਗ ਨਹੀਂ ਕਰ ਸਕਿਆ, ਨੱਠ ਗਿਆ ਮੂਹਰੇ। ਦੁਰਗ ਮਝਾਰ ਪ੍ਰਵੇਸ਼ਨ ਕਇਓ ਜਾ ਕੇ ਸਤ ਸੰਜੀ ਕਿਲੇ ਚ ਪ੍ਰਵੇਸ਼ ਹੋ ਗਿਆ। ਜਿਸ ਮੈਂ ਅਨ ਜਮਾ ਕੁਛ ਨਾਹੀ ਜਿੱਥੇ ਕੋਈ ਅੰਨ ਰਸਤ ਵਗੈਰਾ ਜਮਾ ਨਹੀਂ ਸੀ ਉਤੇ ਸੰਗ ਲੈ ਬਰਿਓ ਸੋ ਤਾਹੀ ਉੱਥੇ ਜਿੰਨੇ ਸੰਗੀ ਸੀ ਉਹਨਾਂ ਨੂੰ ਨਾਲ ਲੈ ਕੇ ਸੂਰਮਿਆਂ ਨੂੰ ਵੱਢ ਗਿਆ। ਗਨ ਲਸ਼ਕਰ ਪਰਵਾਰਿਓ ਆਏ ਕਿਰੇ ਨੂੰ ਸਤ ਸੰਗਤ ਜੀ ਜਿਵੇਂ ਅਨੰਦਪੁਰ ਸਾਹਿਬ ਤੁਰਕਾਂ ਨੇ ਘੇਰਾ ਪਾਇਆ ਸੀ ਐ ਮੁਸਲਮਾਨਾਂ ਦੀ ਫੌਜ ਨੇ ਕਿਲਾ ਘੇਰ ਲਿਆ ਚਾਰ ਛਪੇਰਿਓ। ਸੰਗਰ ਮਚਿਓ ਦੁਰ ਕੇ ਥਾਏ ਉਸੇ ਥਾਂ ਤੇ ਜੰਗ ਸ਼ੁਰੂ ਹੋਏ। ਫਿਰ ਅੰਤਰ ਤੇ ਤਜੈ ਤਪੰਗ ਅੰਦਰੋਂ ਸਤ ਸੰਗੀ ਸਿੰਘਾਂ ਦੇ ਨਾਲ ਗੋਲੀਆਂ ਚਲਾਈ ਜਾਂਦੇ ਤੁਰਕਾਂ ਦੇ ਉੱਤੇ ਨੂੰ ਬਾਹਰ ਨਹੀਂ ਨਿਕਲਦੇ। ਉਹ ਹੈ ਨਿਕਟ ਫੋਰੇ ਤਿਸ ਅੰਗ ਜੇ ਤੁਰਕਾਂ ਦੀ ਫੌਜ ਨੇੜੇ ਜਾਂਦੀ ਆ ਤਾਂ ਉਹਨਾਂ ਨੂੰ ਮਾਰ ਦਿੰਦੇ ਆ। ਸਵੇ ਚਮੂ ਨੇ ਘੇਰਾ ਪਾਏ ਚਾਰ ਛਪੇਰੇ ਫੌਜ ਨੇ ਘੇਰਾ ਪਾ ਕੇ ਉਤਰੇ ਦੂਰ ਦੂਰ ਕੀ ਥਾਏ ਕਹਿੰਦੇ ਆਪਾਂ ਉਹ ਕਰੋ ਲੜੋ ਨਾ, ਦੂਰ ਦੂਰ ਘੇਰਾ ਪਾ ਕੇ ਇਹਨਾਂ ਨੂੰ ਹਰ ਵੇਲੇ ਵਿੱਚੇ ਹੀ ਰੱਖੋ, ਭੁੱਖੇ ਮਰ ਜਾਣਗੇ। ਨਿਕਸੇ ਨਾ ਪ੍ਰਵੇਸ਼ ਭੋ ਪਾਵੈ ਨਾ ਕਿਸੇ ਨੂੰ ਬਾਹਰ ਜਾਣ ਦਿਓ ਨਾ ਕਿਸੇ ਨੂੰ ਅੰਦਰ ਵੜਨ ਦਿਓ। ਨਿਕਟ ਨਾ ਪਹੁੰਚੇ ਰਣ ਨਾ ਮਚਾਵੈ ਆਪਾਂ ਜੰਗ ਮਨਾ ਕਰੀਏ, ਨੇੜੇ ਨਾ ਜਾਈਏ। ਕਿਤਕ ਦਿਨ ਮੋ ਅਨ ਬਹੀਨੇ ਕਿਤਨੇ ਕੁ ਦਿਨਾਂ ਬਾਅਦ ਅੰਨ ਤੋਂ ਬਿਨਾਂ ਭੁੱਖੇ ਮਰ ਜਾਣਗੇ ਕਿਲੇ 'ਚ। ਅਦਕ ਸ਼ੁਦਾ ਨਰ ਵਿਆਕਲ ਕੀਨੇ ਭੁੱਖ ਸਾਰਿਆਂ ਨੂੰ ਵਿਆਕੁਲ ਕਰ ਦੇਵੇ ਜੀ, ਇਹ ਰਹਿ ਕਰ ਲਈ ਤੁਰਕਾਂ ਨੇ। ਬਾਬਾ ਤਬ ਵਿਨੋਦ ਸਿੰਘ ਸੰਗ ਜਦੋਂ ਸਤ ਸੰਗੀ ਰਸਤਾ ਮੁੱਕ ਗਈ, ਰੋਟੀ ਕਿੱਥੋਂ ਖਾਣੀ ਸੀ। ਬਾਬਾ ਵਿਨੋਦ ਸਿੰਘ ਜੀ ਸਤ ਸੰਗੀ ਭੱਲਿਆਂ ਦੀ ਬੱਸ ਵਿੱਚੋਂ ਪੁੱਤਰ ਸਤ ਸੰਗੀ ਕਾਹਨ ਸਿੰਘ ਜੀ ਹਨ। ਇਹ 10ਵੇਂ ਪਾਤਸ਼ਾਹ ਨੇ ਉੱਥੋਂ ਭੇਜੇ ਸੀ, 5 ਸਿੰਘਾਂ ਦੀ ਗਿਣਤੀ ਸੀ ਇਹ ਵੀ। ਰਾਮ ਸਿੰਘ, ਬਾਜ ਸਿੰਘ, ਇਸੇ ਤਰ੍ਹਾਂ ਸਤ ਸੰਗਤ ਜੀ ਕਾਹਨ ਸਿੰਘ, ਵਿਨੋਦ ਸਿੰਘ ਆਦਿਕ ਇਹ 5 ਸਿੰਘ ਉੱਥੋਂ ਬੰਦੇ ਬਹਾਦਰ ਦੀ ਮਦਦ ਤੇ ਭੇਜੇ ਸੀ ਕਿ ਤੁਸੀਂ ਇਹਨਾਂ ਦੇ ਨਾਲ ਰਹਿਣਾ। ਇਹ ਸੋਚਦੇ ਨੇ ਅਸੀਂ ਗੁਰੂ ਕਾ ਹੁਕਮ ਮੰਨਣਾ ਚਾਹੁੰਦੇ ਸੀ, ਬੰਦੇ ਨੂੰ ਮਾਰ ਦਈਏ। ਇਹ ਉਲਟ ਚੱਲਣ ਲੱਗ ਗਿਆ। ਜਿਸ ਵੇਲੇ ਤਲਵਾਰ ਤੇ ਹੱਥ ਰੱਖਿਆ ਸਤ ਸੰਗੀ ਬਾਬਾ ਵਿਨੋਦ ਸਿੰਘ ਨੇ, ਜਦੋਂ ਹੀ ਪੁੱਤਰ ਕਾਹਨ ਸਿੰਘ ਨੇ ਕਹਿੰਦੇ ਪਿਤਾ ਇਹ ਤਾਂ ਕਸੂਰ ਕਰਦਾ, ਆਪਾਂ ਇਦੋਂ ਵੱਡਾ ਕਸੂਰ ਕੀ ਕਰਾਂਗੇ। ਗੁਰੂ ਸਾਹਿਬ ਦਾ ਆਪਾਂ ਨੂੰ ਦੱਸੋ ਕੀ ਹੁਕਮ ਹੈ ਕਿ ਬੰਦੇ ਦੀ ਮਦਦ ਕਰਨੀ, ਬੰਦੇ ਦੇ ਨਾਲ ਰਹਿਣਾ। ਇਉਂ ਤਾਂ ਨਹੀਂ ਸੀ ਕਿਹਾ ਸੀ ਬੰਦੇ ਨੂੰ ਜਾ ਕੇ ਮਾਰ ਦਿਓ। ਆਪਾਂ ਨਹੀਂ ਕਸੂਰਵਾਰ ਬਣਨਾ, ਝੱਲ ਲਓ ਸਰੀਰ ਦੇ ਉੱਤੇ, ਸਰੀਰ ਕਦੇ ਨਹੀਂ ਸਦਾ ਨਹੀਂ ਰਹੇ ਹਨ, ਇਹਦੇ ਨਾਲ ਹੀ ਨਿਭਾਵਾਂਗੇ। ਜੇ ਇਹਨੇ ਗਲਤੀ ਕੀਤੀ ਆ ਇਹ ਉਹਦਾ ਹਰਜਾਨਾ ਭੁਗਤੇਗਾ। ਜੇ ਤੂੰ ਨਹੀਂ ਸਹਾਰ ਸਕਦਾ ਮੈਂ ਸਾਥ ਦੇਵਾਂਗਾ ਇਹਦਾ, ਤੂੰ ਜਾ ਗੋਦਵਾਲ ਸਾਹਿਬ ਨੂੰ। ਸਤ ਸੰਗਤ ਜੀ ਬਾਬਾ ਵਿਨੋਦ ਸਿੰਘ ਦੇ ਪਾਸ ਘੋੜਾ ਬੜਾ ਜ਼ਬਰਦਸਤ ਸੀ, ਭੁੱਖ ਕੱਟਣੀ ਕਿਹੜਾ ਸੁਖਾਲੀ ਹੈ। ਬਾਬਾ ਜੀ ਆਪ ਦੇ ਸਾਥੀਆਂ ਨੂੰ ਸਤ ਸੰਗੀ ਕੁਝ ਨੂੰ ਕਿਲੇ ਤੋਂ ਬਾਹਰ ਨਿਕਲਦੇ ਐ, ਜਕਾਰੇ ਛੱਡਦੇ ਸਤ ਸੰਗੀ। ਜਿੱਥੇ ਵੀ ਬਾਜ਼ਾਰ ਸੀ ਨਾ ਬਾਹਰ ਤੁਰਕਾਂ ਦਾ, ਸਾਰੀ ਰਸਤ ਬਸ ਲੁੱਟ ਕੇ ਲੈ ਜਾਂਦੇ ਆ, ਫਿਰ ਕਿਲੇ ਜਾ ਵੜਦੇ। ਜੇ ਉਹ ਦੁਪਹਿਰੇ ਤਕੜਾਈ ਕਰਦੇ ਆ ਤਾਂ ਸ਼ਾਮ ਨੂੰ ਹਮਲਾ ਕਰ ਦਿੰਦੇ ਆ, ਜੇ ਸ਼ਾਮ ਨੂੰ ਤਕੜਾਈ ਕਰਦੇ ਆ ਤਾਂ ਸਵੇਰੇ ਹਮਲਾ ਕਰ ਦਿੰਦੇ ਆ। ਐ ਬਾਹਰੋਂ ਆਪਣਾ ਸਤ ਸੰਗੀ ਰਸਤ ਬਸ ਲਿਆ ਕੇ ਛਕਦੇ ਨੇ, ਬੰਦੇ ਦੇ ਨਾਲ ਦੇ ਭੁੱਖੇ ਮਰੀ ਜਾਂਦੇ ਨੇ। ਆਹ ਹਾਲਤ ਹੋ ਰਹੀ ਹੈ। ਇਉਂ ਸਤ ਸੰਗਤ ਜੀ ਸਮਾਂ ਸੰਪੂਰਨ ਹੋਇਆ, ਇੱਥੇ ਵਿਸਰਾਮ ਦਿੰਦਾ ਹਾਂ। ਜਿਵੇਂ ਇਹ ਕਥਾ ਬੰਦੇ ਬਹਾਦਰ ਦੀ ਆ ਗਈ ਸਤ ਸੰਗਤ ਜੀ, ਇਹ ਕੱਲ ਨੂੰ ਵਿਚਾਰਾਂਗੇ। ਭੁੱਲਾਂ ਚੁੱਕਾਂ ਮਾਫ ਕਰਨੀਆਂ, ਸਤਿਗੁਰੂ ਜੀ ਕਿਰਪਾ ਕਰਨ ਭਾਈ, ਆਪਣੀਆਂ ਘੜੀਆਂ ਲੇਖੇ ਲਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।